ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਨੇ ਫਿਰ ਤੋਂ ਸਾਡੀ ਝੋਲੀ ਵਿੱਚ ਰਹਿਮਤ ਪਾਈ ਹੈ। ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਹੁਣੇ ਹੁਣੇ ਅਸਾਂ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸ਼੍ਰੀ ਜਪਜੀ ਸਾਹਿਬ ਜੀ ਦੀ 28ਵੀਂ ਪੌੜੀ ਸ਼੍ਰਵਣ ਕੀਤੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਗੀਆਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ। ਜੋਗੀਆਂ ਦੇ ਨਾਲ ਚਰਚਾ ਕਈ ਥਾਵਾਂ ਤੇ ਹੋਈ। ਕੁਰੂਕਸ਼ੇਤਰ ਵਿੱਚ ਵੀ ਜੋਗੀਆਂ ਦੇ ਨਾਲ ਚਰਚਾ ਹੋਈ, ਅਚਲ ਬਟਾਲੇ ਦੇ ਵਿੱਚ ਵੀ ਚਰਚਾ ਹੋਈ, ਸੁਮੇਰ ਪਰਬਤ ਉੱਤੇ ਵੀ ਚਰਚਾ ਹੋਈ। ਫਿਰ ਮਹਾਰਾਜ ਜੀ ਨੇ ਹਰਿਦੁਆਰ ਦੇ ਵਿੱਚ ਵੀ ਚਰਚਾ ਕੀਤੀ। ਜੋਗੀ ਸੀਨੇ ਬਾ ਸੀਨੇ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ ਰਹੇ। ਹੁਣ ਸੱਚੇ ਪਾਤਸ਼ਾਹ ਜੀ ਜੋਗੀਆਂ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਐ ਜੋਗੀਓ, ਜੋ ਤੁਸਾਂ ਨੇ ਧਰਮ ਦੇ ਬਾਹਰੀ ਚਿੰਨ੍ਹ ਧਾਰਨ ਕੀਤੇ ਹਨ, ਸਾਰੇ ਹੀ ਸਤਿਕਾਰਯੋਗ ਹਨ। ਆਪਾਂ ਬਹੁਤ ਸੰਜੀਦਗੀ ਦੇ ਨਾਲ ਇਹਨਾਂ ਪੰਕਤੀਆਂ ਨੂੰ ਧਿਆਨ ਨਾਲ ਦੇਖਾਂਗੇ। ਇਹ ਨਹੀਂ ਕਹਾਂਗੇ ਕਿ ਜੋਗੀਆਂ ਨੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਨੇ, ਭੀਖ ਮੰਗਣ ਵਾਲੀ ਜਿਹੜੀ ਝੋਲੀ ਹੈ ਉਹ ਪਾਈ ਹੈ, ਫਿਰ ਗੋਦੜੀ ਪਾਈ ਹੈ, ਫਿਰ ਹੱਥ ਦੇ ਵਿੱਚ ਸਿੰਘੀ ਫੜੀ ਹੈ, ਸਰੀਰ ਉੱਤੇ ਸਵਾਹ ਮਲੀ, ਤੇ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਨੇ। ਜੇ ਅਸੀਂ ਕਿਸੇ ਦੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਅਟੈਕ ਕਰਾਂਗੇ ਤੇ ਅਗਲਾ ਸਾਨੂੰ ਵੀ ਕਹਿ ਸਕਦਾ ਕਿ ਤੁਸੀਂ ਵੀ ਤੇ 5 ਪਾਏ ਨੇ, ਤੁਸੀਂ ਵੀ ਲਾਓ। ਇਸ ਕਰਕੇ ਗੁਰੂ ਮਹਾਰਾਜ ਜੀ ਜੋਗੀਆਂ ਨੂੰ ਇਹ ਨਹੀਂ ਕਹਿੰਦੇ ਪਏ ਕਿ ਤੁਸੀਂ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਲਾ ਦਿਓ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਕੰਨਾਂ ਵਿੱਚ ਮੁੰਦਰਾਂ ਪਾਈਆਂ, ਕੰਨ ਵਿੰਨੇ ਪਏ ਹਨ। ਐ ਜੋਗੀਓ, ਕੀ ਤੁਹਾਡਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਵਿੰਨਿਆ ਹੈ? ਮੁੰਦਾ ਸੰਤੋਖ। ਜੋਗੀ ਪੁੱਛਦੇ ਨੇ ਕਿ ਮਨ ਵੀ ਵਿੰਨਿਆ ਜਾਂਦਾ ਹੈ? ਮਹਾਰਾਜ ਜੀ ਕਹਿਣ ਲੱਗੇ, ਹਾਂ, ਜਿਸ ਵੇਲੇ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਤੇ ਜੇਕਰ ਕੋਈ ਪੀੜ ਸਹਾਰੇ ਤੇ ਆਖਿਆ ਜਾਂਦਾ ਹੈ ਇਹ ਜੋਗੀ ਬਣ ਸਕਦਾ ਹੈ, ਤੇ ਜਿਸ ਵੇਲੇ ਅੰਦਰ ਸੰਤੋਖ ਆ ਜਾਏ, ਕੋਈ ਵੀ ਪੀੜਾ ਆ ਜਾਏ, ਫਿਰ ਐਸਾ ਮਨੁੱਖ ਪੀੜਾ ਮਹਿਸੂਸ ਕਰਕੇ ਰੌਲਾ ਨਹੀਂ ਪਾਉਂਦਾ। ਉਹ ਕਹਿੰਦੇ ਨੇ ਮਨ ਦੇ ਵਿੱਚ ਮੁੰਦਰਾਵਾਂ ਹਨ
ਉਹ ਜਿੰਨੀਆਂ ਵੀ ਮੁੰਦਰਾ ਹਨ ਉਹ ਸੰਤੋਖ ਦਾ ਗੁਣ ਪੈਦਾ ਕਰਦੀਆਂ ਨੇ। ਬਾਹਰ ਦੀ ਮੁੰਦਰਾ ਜੋ ਕੰਨਾਂ ਵਿੱਚ ਵਾਲੇ ਪਏ ਨੇ ਉਹ ਅੰਦਰ ਦੇ ਸੰਤੋਖ ਦਾ ਵਾਚਕ ਹਨ। ਤੇ ਇਥੇ ਮੁੰਦਾ ਦਾ ਅਰਥ ਹੈ ਦੋ, ਇੱਕ ਨਹੀਂ, ਕਿਉਂਕਿ ਕੰਨ ਦੋ ਹੁੰਦੇ ਨੇ। ਅੱਗੇ ਸ਼ਬਦ ਵਰਤਿਆ ਸਰਮ ਪਤ ਝੋਲੀ। ਜੇ ਹਿਰਦੇ ਵਿੱਚ ਸੰਤੋਖ ਹੈ ਕੰਨਾਂ ਵਿੱਚ ਮੁੰਦਰਾ ਸਮਝੋ। ਤੇ ਜੇਕਰ ਐ ਜੋਗੀਓ ਤੁਸੀਂ ਭੰਗ ਪੀ ਕੇ ਨਸ਼ਾ ਕਰਕੇ ਤੁਸੀਂ ਸੁੱਤੇ ਹੀ ਰਹਿਣਾ ਆ ਤੇ ਇਹ ਕਹਿਣਾ ਕਿ ਸਾਡੀ ਸਮਾਧੀ ਲੱਗ ਗਈ ਆ, ਰੱਬ ਨੂੰ ਮਿਲਣਾ ਤੇ ਕਿੰਨੀ ਮਿਹਨਤ ਚਾਹੀਦੀ ਹੈ। ਮਹਾਰਾਜ ਜੀ ਨੇ ਬਚਨ ਕੀਤਾ ਸਰਮ ਪਤ ਝੋਲੀ। ਜੋ ਤੁਹਾਡੀ ਝੋਲੀ ਹੈ ਨਾ, ਜੋ ਤੁਸੀਂ ਆਪਣੇ ਸਰੀਰ ਦੇ ਉੱਤੇ ਪਾਈ ਹੈ ਭੀਖ ਮੰਗਣ ਵਾਸਤੇ, ਕਹਿਣ ਲੱਗੇ ਇਸ ਝੋਲੀ ਨੂੰ ਤੁਸੀਂ ਤਾਂ ਗ੍ਰਹਿਣ ਕਰ ਸਕਦੇ ਹੋ ਜੇਕਰ ਤੁਸੀਂ ਦਿਨ ਰਾਤ ਪਰਮਾਤਮਾ ਦੇ ਭਜਨ ਸਿਮਰਨ ਦੇ ਵਿੱਚ ਮਿਹਨਤ ਕਰਦੇ ਹੋ। ਧਿਆਨ ਕੀ ਕਰਹਿ ਵਿਭੂਤ। ਜੇਕਰ ਤੁਹਾਡਾ ਧਿਆਨ ਰੱਬ ਦੇ ਵਿੱਚ ਹੈ, ਨਾਮ ਦੇ ਵਿੱਚ ਹਰਦਮ ਵਸਿਆ ਤੇ ਕਹਿਣ ਲੱਗੇ ਇਹ ਤੁਸੀਂ ਸਰੀਰ ਉੱਤੇ ਸਵਾਹ ਸਮਝੋ, ਸਰੀਰ ਉੱਤੇ ਵਿਭੂਤੀ ਲਾਈ ਹੈ। ਸਰੀਰ ਉੱਤੇ ਲਾਈ ਹੋਈ ਵਿਭੂਤੀ ਤਾਂ ਪਾਣੀ ਦੇ ਨਾਲ ਧੋਤੀ ਜਾ ਸਕਦੀ ਹੈ। ਜੋ ਝੋਲੀ ਹੈ ਉਹਨੂੰ ਅੱਗ ਲਾ ਕੇ ਸਾੜਿਆ ਜਾ ਸਕਦਾ ਹੈ। ਮਹਾਰਾਜ ਜੀ ਬਚਨ ਕਰਦੇ ਨੇ ਮੁੰਦਰਾ ਨੂੰ ਤੋੜਿਆ ਜਾ ਸਕਦਾ ਹੈ ਪੱਥਰ ਨਾਲ, ਪਰ ਜੇਕਰ ਤੇਰੇ ਅੰਦਰ ਸੰਤੋਖ ਆ ਗਿਆ, ਜੇ ਤੂੰ ਉਦਮੀ ਹੋ ਗਿਆ, ਜੇ ਤੇਰਾ ਧਿਆਨ ਜੁੜ ਗਿਆ, ਨਾ ਤਾਂ ਤੇਰਾ ਧਿਆਨ ਸਾੜਿਆ ਜਾ ਸਕਦਾ ਹੈ, ਨਾ ਤੇਰਾ ਸੰਤੋਖ ਤੋੜਿਆ ਜਾ ਸਕਦਾ ਹੈ, ਤੇ ਨਾ ਹੀ ਤੇਰੀ ਮਿਹਨਤ ਕੋਈ ਚੋਰੀ ਕਰ ਸਕਦਾ ਹੈ। ਇਸ ਕਰਕੇ ਐਸੇ ਗੁਣਾਂ ਦਾ ਧਾਰਨੀ ਹੋ ਐ ਜੋਗੀ ਜਿਹੜੇ ਗੁਣਾਂ ਦਾ ਡਾਰੀ ਕੋਈ ਨਹੀਂ। ਅੱਗੇ ਬਚਨ ਕੀਤਾ ਖਿੰਥਾ ਕਾਲ ਕੁਆਰੀ ਕਾਇਆ। ਖਿੰਥਾ ਕਹੀਏ ਜੀ ਜੋ ਸਰੀਰ ਉੱਤੇ ਗੋਦੜੀ ਪਾਈ ਹੁੰਦੀ ਹੈ ਜੋਗੀਆਂ ਨੇ, ਉਹ ਜ਼ਰਜ਼ਰੀ ਜੀ ਪਾਈ ਹੁੰਦੀ ਹੈ, ਬਹੁਤੇ ਬ੍ਰਾਂਡਡ ਕੱਪੜੇ ਨਹੀਂ ਪਾਏ ਹੁੰਦੇ ਜੋਗੀਆਂ ਨੇ। ਉਹਦਾ ਅਰਥ ਸਿਰਫ ਇਹੀ ਹੁੰਦਾ ਹੈ ਕਿ ਸਾਡਾ ਧਿਆਨ ਇਸ ਪਾਸੇ ਨਾ ਰਹੇ ਕਿ ਦੂਜੇ ਸਾਡੇ ਵੱਲ ਵੇਖਣ। ਜੋਗੀਆਂ ਨੂੰ ਅਸੀਂ ਘੱਟ ਨਾ ਸਮਝੀਏ, ਜੋ ਉਹ ਕਰਦੇ ਨੇ ਉਹ ਵੀ ਕਰਨਾ ਬੜਾ ਔਖਾ ਹੈ। ਤੇ ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਕੋਲ ਪਹੁੰਚੇ, ਇਹ ਛੋਟੀ ਗੱਲ ਹੈ, ਕਿੰਨੀ ਵੱਡੀ ਗੱਲ ਹੈ। ਮਹਾਰਾਜ ਜੀ ਉਹਨਾਂ ਕੋਲ ਪਹੁੰਚੇ ਦਾ ਮਤਲਬ ਪੁਰਾਣੀਆਂ ਕਮਾਈਆਂ ਹੋਣਗੀਆਂ, ਇਸ ਜਨਮ ਦੀਆਂ ਕਮਾਈਆਂ ਹੋਣਗੀਆਂ, ਸਿੱਧ ਪੁਰਸ਼ ਨੇ, ਤਾਂ ਹੀ ਤਾਂ ਮਹਾਰਾਜ ਜੀ ਪਹੁੰਚੇ। ਹੁਣ ਅਸੀਂ ਕੱਪੜੇ ਪਾਉਂਦੇ ਹਾਂ, ਸਾਡੇ ਕੱਪੜੇ ਪਾਉਣਾ ਸਿਰਫ ਇਹੀ ਹੈ ਕਿ ਦੂਜਾ ਵੇਖ ਕੇ ਕਹੇ ਵਾਹ ਬ੍ਰਾਂਡਡ ਕੱਪੜੇ ਪਾਏ ਆ। ਪੈਰਾਂ ਦੇ ਵਿੱਚ ਸ਼ੂਜ਼ ਪਾਏ ਆ, ਬੜੀ ਵੱਡੀ ਕੰਪਨੀ ਦੇ ਪਾਏ ਆ। ਘੜੀ ਨੇ ਬੜੀ ਮਹਿੰਗੀ ਰੱਖੀ ਆ, ਫੋਨ ਇਹਨੇ ਬੜਾ ਮਹਿੰਗਾ ਰੱਖਿਆ। ਮੇਨ ਫੋਕਸ ਇਹ ਹੁੰਦਾ ਕਿ ਦੂਜਾ ਵਾਹ ਵਾਹ ਕਰੇ, ਦੂਜੇ ਨੂੰ ਵਿਖਾਉਣ ਵਾਸਤੇ। ਤੇ ਜੋਗੀ ਇਸ ਗੱਲ ਨੂੰ ਆਪਣੇ ਮਨ ਵਿੱਚ ਧਾਰਨ ਕਰਦੇ ਨੇ, ਕਿਸੇ ਨੂੰ ਕੀ ਵਿਖਾਉਣਾ, ਸਾਰੀ ਦੁਨੀਆ ਹੀ ਬਿਨਸਨਹਾਰ ਹੈ। ਕੋਈ ਵਾਹ ਵਾਹ ਕਰ ਵੀ ਦੇਗਾ ਤੇ ਕੀ ਮਿਲ ਜਾਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਆਪਣੇ ਸਰੀਰ ਨੂੰ ਕੁਆਰਾ ਰੱਖੋ। ਆਪਣੇ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ ਕੁਆਰਾ ਰੱਖਣਾ, ਇਹ ਹੈ ਤੁਹਾਡੀ ਗੋਦੜੀ। ਸਿਰਫ ਲੋਕੀ ਵੇਖ ਕੇ ਤੇ ਵਾਹ ਵਾਹ ਨਾ ਕਰਨ, ਇਸ ਕਾਰਨ ਕਰਕੇ ਤੁਸੀਂ ਗੋਦੜੀ ਪਾ ਲਈ। ਸਰੀਰ ਉੱਤੇ ਭਾਵੇਂ ਸੋਹਣੇ ਤੋਂ ਸੋਹਣੇ ਕੱਪੜੇ ਪਾਓ, ਪਰ ਤੁਹਾਡੀ ਸੁਰਤ ਇੱਕ ਪਰਮੇਸ਼ਵਰ ਵਿੱਚ ਹੋਵੇ, ਫਿਰ ਸੋਹਣੇ ਕੱਪੜੇ ਕੁਝ ਨਹੀਂ ਕਹਿੰਦੇ। ਭਾਵੇਂ ਘਰ ਦੇ ਆਸੇ-ਪਾਸੇ ਹੀਰੇ ਮੋਤੀ ਚਾਂਦੀ ਜਵਾਹਰਾਤ ਲੱਗੇ ਹੋਣ, ਜੇਕਰ ਅੰਦਰ ਮਾਲਕ ਸਮਾਧੀ ਵਿੱਚ ਬੈਠਾ ਹੈ ਤੇ ਉਹਨੂੰ ਬਾਹਰ ਭਾਵੇਂ ਹਜ਼ਾਰਾਂ ਲੱਖਾਂ ਕਰੋੜਾਂ ਦੀਆਂ ਚਿੱਤਰਕਾਰੀਆਂ ਕੀਤੀਆਂ ਹੋਣ, ਉਹਨੂੰ ਕੁਝ ਨਹੀਂ ਕਹਿੰਦੀਆਂ। ਇਸੇ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰਾਜ ਜੋਗੀ ਬਣਾਇਆ ਹੈ। ਰਾਜ ਵੀ ਕਰਨ ਤੇ ਯੋਗੀ ਵੀ ਹੋਣ। ਯੋਗੀ ਕਹਿੰਦੇ ਨੇ ਜੁੜੇ ਵੀ ਹੋਣ। ਮਹਾਰਾਜ ਜੀ ਕਹਿੰਦੇ ਨੇ ਸਰੀਰ ਨੂੰ ਕੁਆਰਾ ਰੱਖ ਵਿਸ਼ੇ ਵਿਕਾਰਾਂ ਤੋਂ। ਤੇ ਹਰ ਇੱਕ ਜੋਗੀ ਜੋ ਹੁੰਦਾ ਹੈ ਨਾ ਜੀ, ਹਰ ਇੱਕ ਜੋਗੀ ਦੇ ਕੋਲ ਡੰਡਾ ਹੁੰਦਾ ਹੈ। ਕਿਉਂ ਹੁੰਦਾ ਹੈ?
ਕਿਉਂਕਿ ਜੋਗੀ ਰਹਿੰਦੇ ਨੇ ਜੰਗਲਾਂ ਵਿੱਚ, ਤੇ ਇੱਕ ਵਿੰਗਾ ਜਿਹਾ ਇੱਕ ਡੰਡਾ ਹੁੰਦਾ ਹੈ। ਉਸ ਡੰਡੇ ਨੂੰ ਜਦੋਂ ਸੱਪ ਦੇਖਦੇ ਨੇ ਤੇ ਸੱਪ ਦੌੜਦੇ ਨੇ। ਇੱਥੋਂ ਤੱਕ ਕੁਝ ਡੰਡੇ ਐਸੇ ਨੇ, ਜੇ ਸੱਪ ਦੇਖ ਲਵੇ, ਸਨੇਕ ਦੇਖ ਲਵੇ ਤੇ ਅੰਨਾ ਹੋ ਜਾਂਦਾ। ਇਸ ਕਰਕੇ ਉਹ ਡੰਡਾ ਰੱਖਦੇ ਨੇ ਆਪਣੇ ਪਾਸ। ਤੇ ਕਹਿਣ ਲੱਗੇ, ਜਿਹੜਾ ਤੂੰ ਹੱਥ ਵਿੱਚ ਡੰਡਾ ਫੜਿਆ ਹੈ ਨਾ, ਕਿ ਰਸਤੇ ਦੇ ਵਿੱਚ ਜੇਕਰ ਕੋਈ ਜਾਨਵਰ ਪੈ ਜਾਏ ਤੂੰ ਬਚਾਅ ਕਰ ਸਕੇ, ਜਾਂ ਫਿਰ ਕਿਸੇ ਪ੍ਰਕਾਰ ਦਾ ਸਮਾਨ ਇੱਧਰ ਤੋਂ ਉੱਧਰ ਕਰਨਾ ਹੋਵੇ, ਤੇਰੇ ਕੋਲ ਡੰਡਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਤੈਨੂੰ ਪਰਮਾਤਮਾ ਦੇ ਵਿੱਚ ਪ੍ਰਤੀਤ ਹੋਵੇ ਜੁਗਤ, ਡੰਡਾ ਪ੍ਰਤੀਤ, ਐਸੀ ਜੁਗਤੀ ਤੇਰੇ ਕੋਲ ਹੋਣੀ ਚਾਹੀਦੀ ਹੈ ਕਿ ਤੇਰੇ ਅੰਦਰ ਭਰੋਸਾ ਭਰਪੂਰ ਹੋਵੇ। ਹੁਣ ਜੇ ਭਰੋਸਾ ਹੋਏਗਾ ਤੇ ਜੋਗੀ ਫੇਰ ਹੀ ਤਾਂ ਤਪੱਸਿਆ ਕਰੇਗਾ, ਕਿਉਂਕਿ ਜਿਸ ਰੱਬ ਨੂੰ ਉਹਨੇ ਆਵਾਜ਼ ਮਾਰਨੀ ਹੈ ਅਲੱਖ ਨਿਰੰਜਨ ਕਹਿ ਕੇ, ਉਹ ਤਾਂ ਦਿਸਦਾ ਨਹੀਂ ਪਿਆ, ਭਰੋਸਾ ਹੀ ਹੈ। ਤੇ ਭਰੋਸੇ ਦੇ ਵਿੱਚੋਂ ਹੀ ਪ੍ਰਮਾਤਮਾ ਪ੍ਰਗਟ ਹੁੰਦਾ ਹੈ। ਭਰੋਸਾ ਕਹਿ ਲਓ, ਯਕੀਨ ਕਹਿ ਲਓ, ਸ਼ਰਧਾ ਕਹਿ ਲਓ। ਮਹਾਰਾਜ ਜੀ ਕਹਿੰਦੇ ਨੇ, ਹੇ ਜੋਗੀ, ਤੇਰੇ ਸਾਰੇ ਚਿੰਨ੍ਹ ਮੁਬਾਰਕ ਨੇ, ਪਰ ਇਨ੍ਹਾਂ ਚਿੰਨ੍ਹਾਂ ਤੋਂ ਸੇਧ ਲੈ ਕੇ ਆਪਣਾ ਆਤਮਿਕ ਜੀਵਨ ਕਮਾ। ਆਤਮਿਕ ਜੀਵਨ ਕਮਾਉਣ ਤੋਂ ਬਿਨਾਂ ਤੂੰ ਜੋਗੀ ਨਹੀਂ ਬਣ ਸਕਦਾ, ਕਿਉਂਕਿ ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਕਾਲਖ ਦੇ ਵਿੱਚ ਰਹਿ ਕੇ ਕਾਲਖ ਤੋਂ ਰਹਿਤ ਰਹਿਣਾ, ਇਹ ਹੈ ਜੋਗ ਮਤ ਦਾ ਅਸਲ ਵਿੱਚ ਮੁੱਢਲਾ ਅਸੂਲ। ਅੱਗੇ ਮਹਾਰਾਜ ਜੀ ਨੇ ਕਿਰਪਾ ਕੀਤੀ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। 12 ਤਰ੍ਹਾਂ ਦੇ ਪੰਥ ਮੰਨੇ ਜਾਂਦੇ ਨੇ। ਪੰਥ ਕਹੀਏ ਰਾਹ, ਪੰਥੀ ਕਹੀਏ ਰਾਹ ਤੇ ਚੱਲਣ ਵਾਲੇ। ਤੇ ਆਈ ਦਾ ਅਰਥ ਇਹ ਹੈ ਜੋ ਸਭ ਤੋਂ ਸ਼੍ਰੋਮਣੀ ਪੰਥ ਹੈ। ਆਈ ਪੰਥੀ। ਹੁਣ ਜਿਹੜੇ ਪੰਥ ਦੇ ਨਾਲ ਮਹਾਰਾਜ ਜੀ ਵਿਚਾਰ ਚਰਚਾ ਕਰਦੇ ਪਏ ਨੇ, ਉਹ ਕੌਣ ਨੇ? ਲੋਹਾ ਰੀਪਾ, ਚਰਪਟਨਾਥ, ਭੰਗਰਨਾਥ, ਮਛੰਦਰਨਾਥ, ਇਹ ਸਾਰੇ ਆਈ ਪੰਥੀ ਦੇ ਵਿੱਚੋਂ ਨੇ। ਜਿਵੇਂ ਗ੍ਰੇਡ ਹੁੰਦੇ ਨੇ ਨਾ ਕਲਾਸ ਵਿੱਚ, A ਕਲਾਸ, B ਕਲਾਸ, C ਕਲਾਸ, D ਕਲਾਸ, ਤੇ ਨਲਾਇਕ ਬੱਚੇ ਉਹ D ਕਲਾਸ 'ਚ ਹੁੰਦੇ ਨੇ। ਤੇ ਇਹ ਸਾਰੇ A ਕਲਾਸ ਦੇ ਜੋਗੀ ਨੇ, ਭਾਵ ਜਿਨ੍ਹਾਂ ਦੇ ਕੋਲ ਰਿੱਧੀਆਂ ਸਿੱਧੀਆਂ ਆ ਗਈਆਂ, ਜਿਨ੍ਹਾਂ ਕੋਲ ਸ਼ਕਤੀਆਂ ਆ ਗਈਆਂ, ਉਹਨਾਂ ਨੂੰ ਆਈ ਪੰਥ ਦੇ ਵਿੱਚ ਐਡਮਿਸ਼ਨ ਮਿਲ ਜਾਂਦੀ ਹੈ। ਤੇ ਆਪ ਜੀ ਨੂੰ ਇਹ ਵੀ ਪਤਾ ਹੋਏਗਾ, ਕੁਝ ਜੋਗੀ ਐਸੇ ਨੇ ਜੋ ਕਿ ਇਸਤਰੀ ਦੇ ਮੱਥੇ ਲੱਗਣਾ ਵੀ ਵਾਜਬ ਨਹੀਂ ਸਮਝਦੇ। ਕੁਝ ਜੋਗੀ ਐਸੇ ਨੇ ਜੋ ਕਿ ਕੁਆਰੀਆਂ ਬੱਚੀਆਂ ਦੇ ਹੱਥੋਂ ਸੇਵਾ ਕਰਾਉਂਦੇ, ਉਹ ਬੱਚੀਆਂ ਨੂੰ ਆਪਣੇ ਪਾਸ ਰੱਖਦੇ ਨੇ ਕਿ ਉਹ ਪ੍ਰਸ਼ਾਦਾ ਤਿਆਰ ਕਰਨਗੀਆਂ ਤੇ ਅਸੀਂ ਉਹੀ ਛਕਣਾ। ਹਰ ਇੱਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਮਰਿਆਦਾ ਬਣਾਈ ਹੋਈ ਆ। ਮਹਾਰਾਜ ਜੀ ਕਹਿੰਦੇ ਨੇ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਇਸ ਨੂੰ ਜਗ ਕਹਿਣਾ। ਮਹਾਰਾਜ ਜੀ ਕਹਿੰਦੇ ਨੇ ਕਿ ਤੁਸੀਂ ਆਈ ਪੰਥੀ ਦੇ ਹੋ, ਪਰ ਜਿੰਨਾ ਚਿਰ ਤੁਸੀਂ ਸਾਰਿਆਂ ਨੂੰ ਆਪਣੇ ਬਰਾਬਰ ਨਹੀਂ ਨਾ ਸਮਝਦੇ ਜੋਗੀਓ, ਸਾਰਿਆਂ ਨੂੰ ਆਪਣਾ ਮਿੱਤਰ ਨਹੀਂ ਸਮਝਦੇ, ਉਹਨਾਂ ਚਿਰ ਤੁਹਾਡਾ ਇਹ ਸ਼੍ਰੋਮਣੀ ਪੰਥ ਸ਼੍ਰੋਮਣੀ ਨਹੀਂ ਰਹਿ ਜਾਣਾ। ਹੁਣ ਮਹਾਰਾਜ ਜੀ ਕਿਉਂ ਕਹਿ ਰਹੇ ਨੇ ਕਿ ਸਗਲ ਜਮਾਤੀ, ਸਾਰਿਆਂ ਨੂੰ ਆਪਣੇ ਬਰਾਬਰ ਸਮਝੋ, ਮਿੱਤਰ ਸਮਝੋ, ਮੈਤਰੀ ਹੋਵੇ ਤੁਹਾਡੀ ਆਪਸ 'ਚ? ਕਿਉਂਕਿ ਜੋਗੀ ਆਪਣੇ ਆਪ ਨੂੰ ਉੱਚਾ ਸਮਝਦੇ ਨੇ। ਜੋਗੀ ਕਹਿੰਦੇ ਨੇ ਜਿੰਨੇ ਵੀ ਗ੍ਰਸਤੀ ਨੇ, ਇਹਨਾਂ ਦੇ ਬੱਚੇ ਹੁੰਦੇ ਨੇ, ਸਾਰੇ ਨਰਕਾਂ ਨੂੰ ਜਾਣਗੇ, ਆਪਣੀ ਟਿਕਟ ਪੱਕੀ ਬੁੱਕ ਆ ਸੱਚਖੰਡ ਦੀ। ਇਸ ਕਰਕੇ ਜਦੋਂ ਜੀਵਨ ਵਿੱਚ ਹਉਮੈ ਆ ਗਈ ਤੇ ਉਸੇ ਵੇਲੇ ਪਰਮਾਤਮਾ ਨਾਲੋਂ ਦੂਰੀ ਪੈ ਜਾਂਦੀ। ਤੇ ਮਹਾਰਾਜ ਜੀ ਕਹਿੰਦੇ ਨੇ, ਤੁਹਾਡਾ ਆਈ ਪੰਥ ਦਾ ਮੁੱਖ ਕਾਰਜ ਇਹ ਹੈ ਕਿ ਤੁਸੀਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲੋ, ਪ੍ਰੇਮ ਪੂਰਵਕ ਤੁਹਾਡੇ ਵਿੱਚ ਵਿਵਹਾਰ ਹੋਵੇ, ਪ੍ਰੇਮ ਪੂਰਵਕ ਤੁਹਾਡਾ ਆਚਾਰ ਹੋਵੇ। ਤੇ ਯਾਦ ਰੱਖੋ, ਤੁਸੀਂ ਸੋਚਦੇ ਹੋ 1 2 10 20 40 50 100 ਬੰਦਿਆਂ ਨੂੰ ਜਿੱਤ ਲਈਏ ਕਰਾਮਾਤ ਵਿਖਾ ਕੇ। ਤੁਸੀਂ ਜਿੱਤ ਸਕਦੇ ਹੋ। ਪਾਣੀ ਉੱਤੇ ਹੱਥ ਰੱਖਿਆ, ਪਾਣੀ ਨੀਲੇ ਰੰਗ ਦਾ ਕਰ ਦਿੱਤਾ। ਦਰਖਤ ਵੱਲ ਇਸ਼ਾਰਾ ਕੀਤਾ, ਦਰਖਤ ਦੀ ਟਾਹਣੀ ਤੋੜ ਦਿੱਤੀ। ਠੀਕ ਹੈ, ਕੰਸਨਟ੍ਰੇਸ਼ਨ ਦੇ ਨਾਲ
ਹਿਪਨੋਟਾਈਜ਼ ਕਰਕੇ ਅੰਦਰ ਦੀਆਂ ਸ਼ਕਤੀਆਂ ਉਜਾਗਰ ਹੋ ਜਾਂਦੀਆਂ ਨੇ। ਇਹ ਤਾਂ ਹੁਣ ਸਾਇੰਸ ਵੀ ਮੰਨਣ ਲੱਗ ਪਈ। ਇਕਾਗਰਤਾ ਦੇ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਹੁੰਦਾ ਹੈ ਜੀ। ਇੱਕ ਬੱਚੀ ਹੈ ਚੀਨ ਦੇ ਵਿੱਚ, ਉਹ ਕਹਿੰਦੀ ਹੈ ਕਿ ਮੈਂ ਬਿਨਾਂ ਹੱਥ ਲਾਏ ਮੈਂ ਕਾਰ ਨੂੰ 2 ਕਿਲੋਮੀਟਰ ਤੱਕ ਡਰਾਈਵ ਕਰ ਸਕਦੀ ਹਾਂ। ਉਹਨੇ ਕਰਕੇ ਵੀ ਵਿਖਾਇਆ। ਅੰਦਰ ਕੋਈ ਨਹੀਂ ਬੈਠਾ, ਕੋਈ ਨਹੀਂ ਬੈਠਾ। ਤੇ ਉਹ ਜਦੋਂ ਉਹਨੇ ਕਾਰ ਡਰਾਈਵ ਕੀਤੀ, ਉਹਨੇ ਆਪਣੀ ਸੁਰਤ ਪਹਿਲਾਂ ਕਾਰ ਦੇ ਵਿੱਚ ਟਿਕਾਈ। ਪਹਿਲਾਂ ਕਾਰ ਦੇਖੀ ਗਈ, ਦੇਖੀ ਗਈ, ਦੇਖੀ ਗਈ। ਫਿਰ ਬਾਅਦ 'ਚ ਉਹਨੇ ਅੱਖਾਂ ਬੰਦ ਕਰ ਲਈਆਂ ਤੇ ਉਹਨੇ ਆਖਿਆ ਕਿ ਜਿਹੜੇ ਮੈਲੇ ਮਨਾਂ ਵਾਲੇ ਆ ਮੇਰੇ ਤੋਂ ਦੂਰ ਚਲੇ ਜਾਓ, ਕਿਉਂਕਿ ਮੇਰੀ ਜਿਹੜੀ ਐਨਰਜੀ ਆ ਉਹ ਬਾਹਰ ਦੇ ਪਸਾਰੇ ਤੋਂ ਮੁੜਦੀ ਪਈ ਹੈ। ਜਿਹੜੇ ਮੈਡੀਟੇਸ਼ਨ ਵਾਲੇ ਬੰਦੇ ਆ ਉਹ ਮੇਰੇ ਪਾਸ ਬਹਿ ਜਾਓ। ਉਸ ਬੱਚੀ ਨੇ 2 ਕਿਲੋਮੀਟਰ ਤੱਕ ਕਾਰ ਚਲਾਈ, ਕਿਉਂਕਿ ਜਿਸ ਫਾਰਮ ਹਾਊਸ ਦੇ ਵਿੱਚ ਸੀ ਉੱਥੇ ਹੀ ਉਹਨੇ ਕਾਰ ਘੁਮਾਈ। 2 ਕਿਲੋਮੀਟਰ ਉਹਨੇ ਆਪਣੀ ਧਿਆਨ ਸ਼ਕਤੀ ਨਾਲ ਕਾਰ ਘੁਮਾ ਕੇ ਤੇ ਬਾਅਦ 'ਚੋਂ ਆਖਿਆ ਹੁਣ ਮੈਂ ਥੱਕ ਗਈ ਹਾਂ, ਮੈਂ ਆਪਣੇ ਆਪ ਨੂੰ ਫਿਰ ਤੋਂ ਚਾਰਜ ਕਰਨਾ ਹੈ। ਜਿਹੜੇ ਭਲੇ ਬੰਦੇ ਨੇ, ਸ਼ੁਭ ਗੁਣਾਂ ਦੇ ਮਾਲਕ ਨੇ, ਜਿਹੜੇ ਰੱਬ ਕਰਨ ਵਾਲੇ ਨੇ, ਮੇਰੇ ਪਾਸ ਬੈਠੋ, ਬਾਕੀ ਸਾਰੇ ਦੌੜ ਜਾਓ, ਕਿਉਂਕਿ ਤੁਹਾਡੀਆਂ ਨੈਗੇਟਿਵ ਵਾਈਬ੍ਰੇਸ਼ਨ ਮੇਰੇ ਅੰਦਰ ਅਸਰ ਕਰਦੀਆਂ ਪਈਆਂ, ਮੈਨੂੰ ਚੁੱਭਦੀਆਂ ਪਈਆਂ ਤੁਹਾਡੀਆਂ ਵਾਈਬ੍ਰੇਸ਼ਨਸ। ਤੇ ਇਸ ਗੱਲ ਨੂੰ ਤਸਲੀਮ ਕੀਤਾ ਵੱਡੀਆਂ ਯੂਨੀਵਰਸਿਟੀਆਂ ਨੇ, ਰਿਸਰਚ ਸੈਂਟਰ ਨੇ, ਕਿ ਵਾਕਈ ਇੰਝ ਹੀ ਹੁੰਦਾ। ਹੁਣ ਜੇ ਸਾਡੀ ਪਹੁੰਚ ਨਹੀਂ ਹੈ, ਅਸੀਂ ਤਾਂ ਕਹਿ ਹੀ ਦੇਣਾ ਸਾਡੇ ਕੋਲ ਤੇ ਹੱਥਾਂ ਨਾਲ ਹੀ ਡਰਾਈਵ ਹੁੰਦੀ ਹੈ। ਉਹ ਕੁੜੀ ਨੇ ਧਿਆਨ ਨਾਲ ਹੀ ਡਰਾਈਵ ਕਰ ਛੱਡੀ। ਉਹ ਭਾਈ ਤੇਰੇ ਕੋਲੋਂ ਡਰਾਈਵ ਨਹੀਂ ਹੁੰਦੀ, ਇਹਦਾ ਅਰਥ ਇਹ ਹੈ ਕਿ ਤੇਰੇ ਕੋਲ ਅਜੇ ਉਹ ਸ਼ਕਤੀ ਸੁੱਤੀ ਹੋਈ ਹੈ, ਅਜੇ ਉਹ ਸ਼ਕਤੀ ਜਾਗਰਤ ਨਹੀਂ। ਦਾਸ ਬੇਨਤੀ ਕਰੇ, ਮਨ ਜੀਤੈ ਜਗ ਜੀਤ। ਐ ਜੋਗੀਓ, ਤੁਸੀਂ ਆਪਣੀ ਕਰਾਮਾਤ ਦਿਖਾ ਕੇ 50-100 ਬੰਦਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹੋ। ਆਪਣੇ ਮਨ ਨੂੰ ਜਿੱਤ ਲਓ, ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਉੱਪਰ ਚੁੱਕ ਲਵੋ। ਜਦੋਂ ਤੁਸੀਂ 5 ਵਿਸ਼ੇ ਵਿਕਾਰ ਜਿੱਤ ਲਏ, ਸਮਝ ਲਓ ਜੱਗ ਜਿੱਤ ਲਿਆ। ਤੇ ਜੱਗ ਜਿੱਤ ਲਿਆ ਕਿਉਂ ਸ਼ਬਦ ਵਰਤਿਆ? ਇਹ ਕਿਉਂ ਨਹੀਂ ਕਿਹਾ ਕਿ ਘਰ ਜਿੱਤ ਲਿਆ ਜਾਂ ਗਲੀ ਜਿੱਤ ਲਈ ਜਾਂ ਫਿਰ ਅਸੀਂ ਬਸਤੀ ਜਿੱਤ ਲਈ ਜਾਂ ਅਸੀਂ ਸ਼ਹਿਰ ਜਿੱਤ ਲਿਆ? ਜੱਗ ਜਿੱਤ ਲਿਆ, ਇਹਦਾ ਅਰਥ ਇਹੀ ਹੈ ਕਿ ਹੁਣ ਸਾਰੀ ਸ੍ਰਿਸ਼ਟੀ ਜਿਸ ਵੇਲੇ ਮਨ ਵਿੱਚ ਆਏਗੀ ਤੇ ਅੰਦਰੋਂ ਸਰਬੱਤ ਦੇ ਭਲੇ ਦਾ ਹੀ ਭਾਵ ਪੈਦਾ ਹੋਏਗਾ। ਤੇ ਜੱਗ ਜਿੱਤਣ ਦਾ ਅਰਥ ਹੈ ਹੁਣ ਸੰਸਾਰ ਦੇ ਵਿੱਚ ਕੋਈ ਵੀ ਐਸੀ ਚੀਜ਼ ਰਹਿ ਨਹੀਂ ਗਈ ਜਿਹੜੀ ਚੀਜ਼ ਪ੍ਰਤੀ ਸਾਡਾ ਆਕਰਸ਼ਣ ਹੋਵੇ, ਅਟਰੈਕਸ਼ਨ ਹੋਵੇ। ਜਿਹੜੀ ਚੀਜ਼ ਪ੍ਰਤੀ ਸਾਡਾ ਆਕਰਸ਼ਣ ਹੈ, ਅਸੀਂ ਉਹਦੇ ਗੁਲਾਮ ਹੋ ਜਾਂਦੇ ਹਾਂ। ਥੋੜਾ ਜਿਹਾ ਟਿਕ ਕੇ ਸਮਝਿਓ ਜੀ, ਆਪਾਂ ਸਾਰੇ ਇਸ ਚੀਜ਼ ਵੱਲ ਧਿਆਨ ਦਈਏ। ਜਿਹੜੀ ਚੀਜ਼ ਵੱਲ ਸਾਡਾ ਧਿਆਨ ਚਲਾ ਜਾਏ, ਅਸੀਂ ਉਹਦੇ ਗੁਲਾਮ ਹੋ ਜਾਂਦੇ ਹਾਂ। ਕਿਉਂ? ਮੰਨ ਲਓ ਧਿਆਨ ਚਲਾ ਗਿਆ ਜੀ ਇੱਕ ਕਾਰ ਵੱਲ। ਕਾਰ ਹੈ ਬੜੀ ਮਹਿੰਗੀ, ਚਲੋ ਆਪਾਂ ਰੇਂਜ ਰੋਵਰ ਹੀ ਲਾ ਲਈਏ। ਰੇਂਜ ਰੋਵਰ ਕਾਰ ਹੈ ਜੀ ਬਹੁਤ ਮਹਿੰਗੀ। ਹੁਣ ਬੰਦੇ ਕੋਲ ਪੈਸੇ ਹੈ ਨਹੀਂ, ਹੁਣ ਬੰਦੇ ਦੇ ਖਿਆਲਾਂ ਵਿੱਚ ਕਾਰ ਹੈ, ਖਿਆਲਾਂ ਵਿੱਚ ਕਾਰ। ਹੁਣ ਬੰਦਾ ਐਫਰਟ ਕਰੇਗਾ, ਭਾਵੇਂ ਸੈਕਿੰਡ ਹੈਂਡ ਹੀ ਲੈ ਲਓ, ਭਾਵੇਂ ਕਿਸ਼ਤਾਂ ਤੇ ਹੀ ਲੈ ਲਓ, ਪਰ ਇਹ ਕਾਰ ਜ਼ਰੂਰ ਲੈਣੀ ਹੈ, ਜ਼ਰੂਰ ਲੈਣੀ ਹੈ। ਵੇਖੋ ਇੱਕ ਕਾਰ ਨੇ ਬੰਦੇ ਦੇ ਇੰਨੇ ਅੰਦਰ ਦੀ ਸ਼ਕਤੀ ਦੇ ਉਛਾਲ ਨੂੰ ਆਪਣੇ ਵਾਲੇ ਪਾਸੇ ਆਕਰਸ਼ਿਤ ਕਰ ਲਿਆ। ਬੰਦੇ ਦੇ ਕੀਮਤੀ ਸਵਾਸ ਉਧਰਲੇ ਪਾਸੇ ਵਗਣੇ ਸ਼ੁਰੂ ਹੋ ਗਏ, ਆਤਮਿਕ ਸ਼ਕਤੀ ਉਧਰ ਨੂੰ ਵਗਣੀ ਸ਼ੁਰੂ ਹੋ ਗਈ। ਹੁਣ ਖਿਆਲਾਂ ਦੇ ਵਿੱਚ ਬਸ ਕਾਰ ਹੀ ਕਾਰ ਤੁਰੀ ਆਉਂਦੀ ਹੈ। ਤੇ ਜਿਸ ਵੇਲੇ ਕਾਰ ਹੱਥ ਵਿੱਚ ਆਈ, ਫਿਰ ਵਾਸ਼ਨਾ ਇੰਨੀ ਪ੍ਰਬਲ ਹੈ, ਫਿਰ ਵਾਸ਼ਨਾ ਕਹਿੰਦੀ ਹੈ ਮਾਡਲ ਇਹ ਨੀਵਾਂ ਆ, ਮਾਡਲ ਉੱਚਾ ਚਾਹੀਦਾ। ਕਹਿਣ ਦਾ ਅਰਥ ਹੈ ਬਾਹਰ ਦੀ ਅਟਰੈਕਸ਼ਨ ਖਤਮ ਹੋ ਜਾਂਦੀ ਹੈ, ਬੰਦੇ ਨੇ ਜੱਗ ਜਿੱਤ ਲਿਆ। ਜੱਗ ਜਿੱਤਣ ਦਾ ਅਰਥ ਹੁਣ ਬੰਦੇ ਨੂੰ ਚਾਹੀਦਾ ਕੁਝ ਨਹੀਂ, ਤੇ ਜਿਹੜੇ ਬੰਦੇ ਨੂੰ ਚਾਹੀਦਾ ਹੀ ਕੁਝ ਨਹੀਂ, ਜਿਹੜਾ ਬੰਦਾ ਭਿਖਾਰੀ ਬਣਿਆ ਹੀ ਨਹੀਂ, ਤੇ ਫਿਰ ਉਸ ਬੰਦੇ ਨੂੰ ਹਰਾਉਣਾ ਬੜਾ ਔਖਾ ਹੈ। ਮਹਾਰਾਜ ਜੀ ਕਹਿੰਦੇ ਨੇ ਤੁਹਾਡਾ ਜੇ ਧਿਆਨ ਸੰਸਾਰ ਦੀਆਂ ਵਸਤੂਆਂ ਵਿੱਚ, ਸੰਸਾਰ ਦੇ ਲੋਕਾਂ ਵਿੱਚ ਹੈ ਜੋਗਿਓ, ਤੁਸੀਂ ਜੱਗ ਜਿੱਤਿਆ ਨਹੀਂ। ਜੱਗ ਜਿੱਤਦੇ ਉਹ ਨੇ ਜੋ ਅੰਦਰੋਂ 5 ਵਿਸ਼ੇ ਵਿਕਾਰ ਜਿੱਤ ਲੈਂਦੇ ਨੇ।
ਤੇ ਜੋ ਪੰਜ ਵਿਸ਼ੇ ਵਿਕਾਰ ਜਿੱਤ ਲੈਂਦੇ ਨੇ ਉਹਨਾਂ ਦਾ ਫਿਰ ਮਨ ਦਾ ਭਾਵ ਸਿਰਫ ਪਰਮੇਸ਼ਵਰ ਦੇ ਨਾਮ ਦੇ ਵਿੱਚ, ਸ਼ਬਦ ਵਿੱਚ, ਸਿਮਰਨ ਵਿੱਚ ਰਹਿੰਦਾ ਹੈ। ਇਸ ਕਰਕੇ ਜਿੰਨਾ ਤੁਹਾਡਾ ਉੱਚਾ ਪੰਥ ਹੈ ਓਨੀ ਉੱਚੀ ਤੁਹਾਡੀ ਸੁਰਤ ਵੀ ਚਾਹੀਦੀ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਜੋਗੀ ਮਿਲਦੇ ਨੇ ਕਹਿੰਦੇ ਨੇ, ਹੇ ਨਾਨਕ ਆਦੇਸ, ਤੈਨੂੰ ਆਦੇਸ। ਆਦੇਸ ਦਾ ਅਰਥ ਹੈ ਨਮਸਕਾਰ ਹੈ ਤੇਰੇ ਚਰਨਾਂ ਵਿੱਚ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਐ ਜੋਗਿਓ, ਨਮਸਕਾਰ ਹੈ ਸਿਰਫ ਉਸ ਪਰਮੇਸ਼ਵਰ ਨੂੰ ਜਿਸ ਪਰਮੇਸ਼ਵਰ ਨੇ ਮੈਨੂੰ ਪੈਦਾ ਕੀਤਾ, ਤੁਹਾਨੂੰ ਪੈਦਾ ਕੀਤਾ, ਸਮਗਰ ਸ੍ਰਿਸ਼ਟੀ ਖੰਡਾਂ ਬ੍ਰਹਿਮੰਡਾਂ ਨੂੰ ਪੈਦਾ ਕੀਤਾ। ਆਦੇਸ ਨਮਸਕਾਰ ਹੈ, ਪ੍ਰਣਾਮ ਹੈ, ਮੱਥਾ ਟੇਕਦੇ ਹਾਂ ਉਸ ਪਰਮੇਸ਼ਵਰ ਨੂੰ। ਤਿਸੈ ਆਦੇਸ, ਇਹਨੂੰ ਆਦੇਸ਼ ਨਹੀਂ ਕਹਿਣਾ। ਜੇ ਆਦੇਸ਼ ਕਹਾਂਗੇ ਇਹਦਾ ਅਰਥ ਹੋ ਜਾਣਾ ਆਰਡਰ। ਵੇਖੋ ਸੱਸੇ ਦੇ ਪੈਰ 'ਚ ਬਿੰਦੀ ਲੱਗ ਗਈ ਤੇ ਸਮਝ ਲਵੋ ਇਹਦਾ ਅਰਥ ਦਾ ਅਨਰਥ ਹੋ ਜਾਣਾ। ਆਦੇਸ ਹੀ ਕਹਾਂਗੇ। ਆਦੇਸ ਤਿਸੈ ਆਦੇਸ, ਇਸ ਨੂੰ ਆਦੇਸ ਕਹਿਣਾ, ਆਦੇਸ਼ ਨਹੀਂ। ਅੱਗੇ ਕਹਿਣ ਲੱਗੇ ਕਿਸ ਪਰਮੇਸ਼ਵਰ ਨੂੰ ਆਦੇਸ਼ ਹੈ, ਨਮਸਕਾਰ ਹੈ। ਆਦ ਜੋ ਸਭ ਤੋਂ ਪਹਿਲਾਂ ਸੀ, ਅਨੀਲ ਜੋ ਪਰਮਾਤਮਾ ਵਿਸ਼ੇ ਵਿਕਾਰ ਤੋਂ ਰਹਿਤ ਹੈ, ਦਾਗ ਧੱਬੇ ਤੋਂ ਰਹਿਤ ਹੈ, ਮਾਇਆ ਤੋਂ ਰਹਿਤ ਹੈ। ਅਨਾਦ ਜੋ ਪਰਮੇਸ਼ਵਰ ਕਿਸੇ ਦੀ ਸੰਗਿਆ ਦੇ ਵਿੱਚ ਸਾਡੇ ਕੰਨਾਂ ਤੱਕ ਨਹੀਂ ਪਹੁੰਚਦਾ। ਆਦ ਅਨੀਲ ਅਨਾਦ ਜਿਸ ਪਰਮੇਸ਼ਵਰ ਦਾ ਆਦ ਅੰਤ ਕੋਈ ਨਹੀਂ ਪਾ ਸਕਦਾ। ਅਨਾਹਤ ਜਿਸ ਪਰਮੇਸ਼ਵਰ ਦੀ ਹੱਤਿਆ ਨਹੀਂ ਹੋ ਸਕਦੀ, ਜਿਸ ਪਰਮੇਸ਼ਵਰ ਨੂੰ ਨਾਸ਼ ਨਹੀਂ ਕੀਤਾ ਜਾ ਸਕਦਾ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਜੁਗ ਜੁਗ ਏਕੋ ਵੇਸ। ਇਸਨੂੰ ਜੁਗ ਜੁਗ ਨਹੀਂ ਕਹਿਣਾ, ਆਪਾਂ ਸਾਰੇ ਜੁਗ ਜੁਗ ਕਹਿ ਦਿੰਦੇ ਹਾਂ। ਜੁਗ ਜੁਗ ਏਕੋ ਵੇਸ, ਉਹ ਹਰ ਯੁੱਗ ਦੇ ਵਿੱਚ ਇੱਕੋ ਹੀ ਸਵਰੂਪ ਵਿੱਚ ਟਿਕਿਆ ਹੋਇਆ ਹੈ, ਪਰਮ ਪ੍ਰਕਾਸ਼ ਵਿੱਚ। ਇੱਥੇ ਜੁਗ ਜੁਗ ਦਾ ਅਰਥ ਹੈ ਸਦੀਵ ਕਾਲ। ਇੱਥੇ ਜੁਗ ਜੁਗ ਦਾ ਅਰਥ ਹੈ ਹਰ ਇੱਕ ਸਾਹ। ਇੱਥੇ ਜੁਗ ਜੁਗ ਦਾ ਅਰਥ ਹੈ ਜਦੋਂ ਤੋਂ ਸ੍ਰਿਸ਼ਟੀ ਬਣੀ। ਇੱਥੇ ਜੁਗ ਜੁਗ ਦਾ ਅਰਥ ਹੈ ਹਰ ਇੱਕ ਉਹ ਮਨ ਬਿਰਤੀ ਜਿਨ੍ਹਾਂ ਮਨਾਂ ਬਿਰਤੀਆਂ 'ਚ ਅਸੀਂ ਵਿਚਰਦੇ ਪਏ ਹਾਂ। ਹੁਣ ਪਰਮਾਤਮਾ ਸਾਰਿਆਂ ਦੇ ਵਿੱਚ ਇੱਕੋ ਵੇਸ ਵਿੱਚ ਰਹਿੰਦਾ ਹੈ। ਅਸੀਂ ਇਸ ਨੂੰ ਸੌਖੇ ਢੰਗ ਨਾਲ ਸਮਝ ਲਈਏ। ਅਸੀਂ ਕਹਾਂਗੇ ਕਿ ਇਹ ਨਿੰਮ ਦਾ ਦਰਖਤ ਹੈ ਜੀ, ਇਹ ਕਿੱਕਰ ਦਾ ਦਰਖਤ ਹੈ, ਇਹ ਦਰਖਤ ਅੰਬ ਦਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਵਿੱਚ ਅੱਗ ਤੇ ਇੱਕੋ ਹੀ ਹੈ ਨਾ। ਇੰਜ ਤੇ ਹੈ ਨਹੀਂ ਕਿ ਅੱਗ ਕਿਸੇ ਵਿੱਚ ਗਰਮ ਹੈ ਤੇ ਕਿਸੇ ਵਿੱਚ ਠੰਡੀ ਹੈ। ਜਿਸ ਤਰ੍ਹਾਂ ਦਰਖਤਾਂ ਦੇ ਨਾਮ ਵੱਖੋ ਵੱਖਰੇ ਹਨ, ਪਰ ਅੱਗ ਸਾਰਿਆਂ ਵਿੱਚ ਵਿਆਪਕ ਇੱਕ ਹੀ ਤਰ੍ਹਾਂ ਦੀ ਹੈ, ਗਰਮ ਤਾਸੀਰ ਦੀ। ਇਸੇ ਤਰ੍ਹਾਂ ਪਰਮੇਸ਼ਵਰ ਵੱਖ-ਵੱਖ ਰੂਪਾਂ ਵਿੱਚ ਸਰਵ ਵਿਆਪਕ ਹੈ ਤੇ ਪ੍ਰਕਾਸ਼ ਸਵਰੂਪ, ਜੋਤ ਸਵਰੂਪ ਦੇ ਵਿੱਚ ਪ੍ਰਕਾਸ਼ਿਤ ਹੈ। ਜਿਸ ਤਰ੍ਹਾਂ ਮੱਝਾਂ ਦਾ ਰੰਗ ਵੱਖੋ ਵੱਖਰਾ ਹੋ ਸਕਦਾ ਹੈ। ਕਿਸੇ ਮੱਝ ਦਾ ਰੰਗ ਡੱਬ ਖੜੱਬਾ ਹੁੰਦਾ ਹੈ, ਕਿਸੇ ਮੱਝ ਦਾ ਰੰਗ ਭੂਰਾ ਹੁੰਦਾ ਹੈ, ਕਿਸੇ ਮੱਝ ਦਾ ਰੰਗ ਕਾਲਾ ਹੁੰਦਾ ਹੈ। ਪਰ ਦੁੱਧ ਕਾਲੇ ਰੰਗ ਦਾ ਨਹੀਂ ਹੁੰਦਾ, ਦੁੱਧ ਤਾਂ ਚਿੱਟੇ ਰੰਗ ਦਾ ਹੁੰਦਾ। ਇਸੇ ਤਰ੍ਹਾਂ ਪਰਮੇਸ਼ਵਰ ਸਾਰਿਆਂ ਦੇ ਵਿੱਚ ਸਰਵ ਵਿਆਪਕਤਾ ਦੇ ਵਿੱਚ ਵਰਤ ਰਿਹਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਜਿਹੜਾ ਇਹ ਪਾਠ ਕਰਦਾ ਹੈ, ਮੰਨ ਲਓ ਹੁਣ ਦਾਸ ਨੇ ਇਹ ਮਹਾਰਾਜ ਜੀ ਦੇ ਪਵਿੱਤਰ ਬਚਨ ਆਪਣੇ ਮਨ ਨੂੰ ਸੁਣਾਏ ਕਿ ਮਨਾ ਸੁਣ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਤੇ ਜੇਕਰ ਮਨ ਉੱਥੋਂ ਤੱਕ ਪਹੁੰਚਿਆ ਨਹੀਂ ਤੇ ਇਹ ਜਿਹੜਾ ਮੇਰਾ ਬੋਲਣਾ ਆ, ਇਹ ਬੋਲਣਾ ਨਿਰਾਰਥਕ ਚਲਾ ਜਾਏਗਾ। ਦਾਸ ਬੇਨਤੀ ਕਰੇ ਜੀ, ਜਦੋਂ ਵੀ ਰੀਸ ਕਰਨੀ ਹੋਵੇ ਨਾ,
ਰੀਸ ਸੇਵਾ ਤੇ ਸਿਮਰਨ ਦੀ ਕਰਨੀ ਚਾਹੀਦੀ ਆ, ਸੇਵਾ ਤੇ ਸਿਮਰਨ ਦੀ। ਕਦੀ ਵੀ ਰੀਸ ਇਸ ਚੀਜ਼ ਦੀ ਨਹੀਂ ਕਰਨੀ ਚਾਹੀਦੀ ਕਿ ਬਾਬਾ ਜੀ ਪ੍ਰਸ਼ਾਦਾ ਬਹੁਤ ਘੱਟ ਛਕਦੇ ਆ ਤੇ ਆਪਾਂ ਵੀ ਘੱਟ ਕਰ ਦੇਣਾ ਹੈ। ਬਾਬਾ ਜੀ ਸਾਰੀ ਰਾਤ ਨਹੀਂ ਸੌਂਦੇ ਤੇ ਆਪਾਂ ਵੀ ਨਹੀਂ ਸੌਣਾ ਜੀ। ਬਾਬਾ ਜੀ ਬਹੁਤ ਘੱਟ ਬੋਲਦੇ ਆ, ਆਪਾਂ ਵੀ ਨਹੀਂ ਬੋਲਣਾ ਜੀ। ਇਹ ਸੁਤੇ ਸਿੱਧ ਬਖਸ਼ਿਸ਼ਾਂ ਵਰਤਦੀਆਂ ਨੇ, ਇਹ ਧੱਕੇ ਦੇ ਨਾਲ ਨਹੀਂ ਇਹ ਚੀਜ਼ਾਂ ਹੁੰਦੀਆਂ। ਇੱਕ ਬਾਤ ਜ਼ਰੂਰ ਹੈ, ਅਸੀਂ ਆਪਣੇ ਮਨ ਦੇ ਖੁਦ ਕੰਟਰੋਲਰ ਹਾਂ। ਅਸੀਂ ਆਪਣੇ ਕੌਨਸ਼ੀਅਸ ਮਾਈਂਡ ਨੂੰ ਤੇ ਅਨਕੌਨਸ਼ੀਅਸ ਮਾਈਂਡ ਦੋਵਾਂ ਨੂੰ ਅਸੀਂ ਆਪਣੇ ਹੱਥ ਵਿੱਚ ਕਰ ਸਕਦੇ ਹਾਂ ਬਿਨਾਂ ਗੁਰੂ ਮਹਾਰਾਜ ਦੇ ਕੋਲ ਆਇਆ। ਕਿਉਂਕਿ ਗੁਰੂ ਮਹਾਰਾਜ ਜੀ ਦੀ ਜਿਹੜੀ ਖੇਡ ਵਰਤਦੀ ਬਹੁਤ ਵੱਡੀ, ਬਹੁਤ ਵੱਡੀ। ਇੱਥੇ ਤੇ ਪ੍ਰਕਾਸ਼ ਦਾ ਸਮੁੰਦਰ ਉਮੜ ਜਾਂਦਾ ਹੈ। ਮਨ ਨੂੰ ਆਦੇਸ਼ ਤੇ ਦੇਣਾ ਹੈ ਨਾ। ਹੁਣ ਰਾਤ ਨੂੰ ਸੋਣਾ ਆ, ਅਸੀਂ 5-7 ਪ੍ਰਸ਼ਾਦੇ ਵੱਡੇ ਵੱਡੇ ਛਕ ਕੇ ਤੇ ਉਂਗਲੀਆਂ ਮਾਰ ਮਾਰ ਕੇ ਤੇ ਮੂੰਹ ਦੇ ਵਿੱਚ ਪ੍ਰਸ਼ਾਦੇ ਅੰਦਰ ਧੱਕਦੇ ਹੋਈਏ ਕਿ ਚੰਗੀ ਤਰ੍ਹਾਂ ਹੀ ਢਿੱਡ ਭਰ ਜੇ, ਪਤਾ ਨਹੀਂ ਬਾਅਦ ਚੋਂ ਮਿਲਣਾ ਕਿ ਨਹੀਂ। ਤੇ ਫਿਰ ਰਾਤ ਨੂੰ ਇਹ ਕਹਿਣਾ ਕਿ ਬਾਬਾ ਜੀ ਨੇ ਕਿਹਾ ਸੀ, ਭਾਈ ਸਾਹਿਬ ਨੇ ਕਿਹਾ ਸੀ, ਰੀਸ ਨਹੀਂ ਕਰਨੀ, ਘੱਟ ਨਹੀਂ ਖਾਣਾ। ਭਾਈ ਸਾਹਿਬ ਨੇ ਇਹ ਨਹੀਂ ਕਿਹਾ। ਹੁਣ ਇੰਨਾ ਛੱਕ ਕੇ ਤੇ ਅਸੀਂ ਕਹੀਏ ਆਜੂ ਜਦੋਂ ਜਾਗ ਹੋਣੀ ਹੋਊ, ਕੋਈ ਗੱਲ ਨਹੀਂ, ਆਪੇ ਮਹਾਰਾਜ ਠਾਓ। ਮਹਾਰਾਜ ਨੂੰ ਕੀ ਲੋੜ ਹੈ ਤੈਨੂੰ ਠਾਉਣ ਦੀ? ਲੋੜ ਤੈਨੂੰ ਆ ਮਹਾਰਾਜ ਦੀ ਕਿ ਮਹਾਰਾਜ ਨੂੰ ਲੋੜ ਆ? ਤੇ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ, ਹੰਸਾ ਦੇਖ ਤਰੰਦਿਆ, ਬੱਗਾ ਪੇ ਆਇਆ ਚਾਓ, ਡੁੱਬ ਮੂਏ ਬਗ ਬੱਪੜੇ, ਸਿਰ ਤਲ ਉੱਪਰ ਪਾਓ। ਬਗਲੇ ਨੇ ਵੇਖਿਆ ਹੰਸ ਨੇ ਉਡਾਰੀ ਭਰੀ ਤੇ ਬਹੁਤ ਦੂਰ ਤੱਕ ਪਹੁੰਚ ਗਿਆ ਤੇ ਬਗਲੇ ਨੇ ਵੀ ਉਡਾਰੀ ਭਰੀ ਜੀ। ਥੋੜਾ ਜਿਹਾ ਗਿਆ, ਨਾਲ ਹੀ ਸਾਹ ਸੱਤ ਖਤਮ ਹੋ ਗਿਆ, ਉੱਥੇ ਹੀ ਬਹਿ ਗਿਆ। ਹੁਣ ਹੰਸ ਤੈਰਦਾ ਪਿਆ ਤੇ ਬਗਲੇ ਨੇ ਵੀ ਤੈਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਕਹਿੰਦੇ ਨੇ ਕਿ ਮੂੰਹ ਥੱਲੇ ਹੋ ਗਿਆ ਤੇ ਲੱਤਾਂ ਤਾਂ ਹੋ ਗਈਆਂ। ਸੁਤੇ ਸਿੱਧ ਜੋ ਵਰਤਦਾ ਹੈ ਉਹ ਘਟ ਜਾਂਦਾ ਹੈ। ਜੇਕਰ ਕਿਸੇ ਦੇ ਜੀਵਨ ਦੇ ਵਿੱਚ ਇੰਨੀ ਕੁ ਪਵਿੱਤਰਤਾ ਆ ਗਈ ਨਾ ਕਿ ਮਿਲ ਗਿਆ ਤੇ ਠੀਕ, ਜੇ ਨਹੀਂ ਮਿਲਿਆ ਤਾਂ ਵੀ ਠੀਕ ਹੈ। ਤੇ ਇਹਦਾ ਅਰਥ ਇਹ ਹੁੰਦਾ ਕਿ ਉਹ ਕਿਸੇ ਪ੍ਰੀਖਿਆ ਵਿੱਚੋਂ ਭਾਈ ਲੰਘ ਚੁੱਕਿਆ ਹੈ। ਉਹ ਆਪਣੇ ਜੀਵਨ ਦੇ ਵਿੱਚ ਬ੍ਰਹਮ ਅਗਨ ਪ੍ਰਗਟ ਕਰਕੇ ਉਹ ਜੀਵਨ ਜੀ ਚੁੱਕਿਆ ਹੈ। ਉਹਦੇ ਅੰਦਰ ਦੀ ਮੈਲ ਸੜ ਚੁੱਕੀ ਹੈ। ਹੁਣ ਤੇਰੇ ਤੇ ਮੈਲ ਤੇ ਸੜੀ ਕੋਈ ਨਹੀਂ ਤੇ ਤੂੰ ਵੇਖ ਲਿਆ ਵੀ ਇਹ ਬਾਬਾ ਸੌਂਦਾ ਨਹੀਂ, ਬਾਬਾ ਨਹੀਂ ਸੌਂਦਾ, ਆਪਾਂ ਵੀ ਨਹੀਂ ਸੌਣਾ। ਤੇ ਪਤਾ ਉਦੋਂ ਲੱਗਦਾ ਜਦੋਂ ਰਾਤ ਨੂੰ ਸਾਰੀ ਰਾਤ ਜਾਗਦੇ ਰਹੇ ਤੇ ਸਵੇਰੇ 7 ਵਜੇ ਨਾਲ ਡਿੱਗੇ ਤੇ ਸ਼ਾਮ ਨੂੰ, ਅੱਛਾ ਸ਼ਾਮ ਹੋ ਵੀ ਗਈ। ਮਤਲਬ ਇਹ ਕਿ ਸਰੀਰ ਦੇ ਨਾਲ ਧੱਕਾ ਨਹੀਂ। ਜੇਕਰ ਅਸੀਂ ਆਪਣੇ ਮਨ ਨੂੰ ਨਿਰਦੇਸ਼ ਦੇਵਾਂਗੇ, ਆਦੇਸ਼ ਦੇਵਾਂਗੇ ਤੇ ਫਿਰ ਇਹ ਮੰਨ ਜਾਂਦਾ ਹੈ। ਇਹ ਮਨ ਬੜੀ ਛੇਤੀ ਜਾਂਦਾ ਹੈ। ਆਪ ਜੀ ਨੂੰ ਪਤਾ ਹੋਵੇਗਾ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ 7 ਤਰ੍ਹਾਂ ਦਾ ਅਨਾਜ ਰਾਤ ਨੂੰ ਭਿਉਂ ਲੈਂਦੇ ਸਨ। ਉਹਦੇ ਵਿੱਚ ਸੀ ਕਣਕ, ਬਾਜਰਾ, ਜੋ ਅੱਜ ਕਈ ਤਰ੍ਹਾਂ ਦੇ ਜਿਹੜੇ ਹੈ ਅਨਾਜ, ਜੌਂ ਵਗੈਰਾ, ਉਹ ਸਾਰਿਆਂ ਨੂੰ ਵਿੱਚ ਮਹਾਰਾਜ ਜੀ ਭਿਓ ਦਿੰਦੇ ਸਨ। ਫਿਰ ਸਵੇਰੇ ਉੱਠ ਕੇ ਮਹਾਰਾਜ ਜੀ ਨੇ ਇੱਕ ਮੁੱਠ ਛਕਣਾ ਤੇ ਮਹਾਰਾਜ ਜੀ ਨੇ ਸੇਵਾ ਵਿੱਚ ਤਤਪਰ ਹੋ ਜਾਣਾ। ਨਾ ਉਹਦੇ ਵਿੱਚ ਲੂਣ ਪਾਉਂਦੇ ਸਨ, ਨਾ ਉਹਦੇ ਵਿੱਚ ਕੋਈ ਮਸਾਲਾ, ਨਾ ਚਾਟ ਮਸਾਲਾ ਤੇ ਨਾ ਤੜਕਾ ਲਾਉਂਦੇ ਸਨ। ਮਹਾਰਾਜ ਜੀ ਨੂੰ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਪੁੱਛਦੇ ਨੇ ਕਿ ਬਾਬਾ ਅਮਰਦਾਸ ਜੀ ਤੁਸੀਂ ਇਹ ਕੀ ਕਰਦੇ ਹੋ? ਤੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤਾ, ਹੇ ਸੱਚੇ ਪਾਤਸ਼ਾਹ, ਸਾਰੀ ਜ਼ਿੰਦਗੀ ਤੜਕੇ ਲਾ ਲਾ ਕੇ ਪਕਵਾਨ ਖਾਧੇ, 36 ਪ੍ਰਕਾਰ ਦਾ ਭੋਜਨ ਛਕਿਆ। ਜੇਕਰ ਪ੍ਰਾਪਤੀ ਕਰਨੀ ਹੈ ਤੇ ਸਵਾਦਾਂ ਤੋਂ ਉੱਪਰ ਉੱਠਣਾ ਪਏਗਾ। ਮਹਾਰਾਜ ਜੀ ਮੁਸਕਰਾਉਂਦੇ ਨੇ, ਕਹਿੰਦੇ ਨੇ ਸਹਾਇਕ ਹੈ, ਕੋਈ ਗੱਲ ਨਹੀਂ, ਸਹਾਇਕ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਅਸੀਂ ਆਪਣੇ ਸਵਾਦਾਂ ਦੇ ਵਿੱਚ ਹੁੰਦੇ ਆ ਨਾ ਜੀ, ਆਪਾਂ ਬਚਨ ਪੜ੍ਹਦੇ ਹਾਂ, ਰਸ ਸੋਇਨਾ, ਕਿਸੇ ਨੂੰ ਸੋਨੇ ਦਾ ਰਸ ਪਿਆ, ਮੇਰੇ ਕੋਲ ਗਹਿਣੇ ਹੋਣੇ ਚਾਹੀਦੇ। ਰਸ ਸੋਇਨਾ, ਰਸ ਰੂਪਾ, ਰੂਪਾ ਕਹੀਏ ਚਾਂਦੀ ਨੂੰ, ਰਸ ਸੋਇਨਾ, ਰਸ ਰੂਪਾ ਕਾਮਣ, ਕਾਮਣ ਕਹੀਏ ਇਸਤਰੀ ਨੂੰ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ,
ਕਈਆਂ ਨੂੰ ਹੁੰਦਾ ਕਿ ਡੀਓ ਸੈਂਟ ਵਗੈਰਾ ਫ੍ਰੈਗਰੈਂਸ ਵਾਲੀਆਂ ਚੀਜ਼ਾਂ ਲਾ ਕੇ ਰੱਖਣਾ ਹੈ, ਦੂਜੇ ਨੂੰ ਚੰਗਾ ਲੱਗਿਆ, ਆਪਣੇ ਵਾਸਤੇ ਨਹੀਂ, ਦੂਜੇ ਨੂੰ ਚੰਗਾ ਲੱਗਿਆ। ਰਸ ਪਰਮਲ ਕੀ ਵਾਸ ਰਸ ਘੋੜੇ, ਕਈਆਂ ਦਾ ਧਿਆਨ ਹੁੰਦਾ ਘੋੜਿਆਂ 'ਚ, ਇੰਜ ਕਹਿ ਲਓ ਲੇਟੈਸਟ ਘੋੜੇ ਭਾਵ ਕੇ ਕਾਰਾਂ, ਰਸ ਘੋੜੇ ਰਸ ਸੇਜਾ ਮੰਦਰ। ਤੇ ਕਈਆਂ ਨੂੰ ਹੁੰਦਾ ਕਿ ਵਿਸ਼ੇ ਵਿਕਾਰ ਹੀ ਭੋਗੀ ਜਾਣੇ ਆ, ਤਾਂ ਹੀ ਕਮਾਉਂਦੇ ਪਏ ਆ। ਰਸ ਸੇਜਾ ਮੰਦਰ, ਮੇਰਾ ਘਰ ਬਹੁਤ ਵੱਡਾ ਹੋਵੇ। ਰਸ ਮੀਠਾ, ਕਈਆਂ ਨੂੰ ਮਿੱਠੀ ਚੀਜ਼ ਖਾਣ ਦਾ ਰਸ ਹੁੰਦਾ। ਰਸ ਮੀਠਾ ਰਸ ਮਾਸ ਕਹਿਣ ਲੱਗੇ। ਫਿਰ ਕਈਆਂ ਨੂੰ ਹੁੰਦਾ ਹੈ ਕਿ ਮਾਸ ਖਾਈ ਜਾਓ, ਮਛਲੀ ਦਾ ਮਾਸ ਖਾ ਲਓ, ਮੁਰਗੇ ਦਾ ਮਾਸ ਖਾ ਲਓ, ਬੱਕਰੇ ਦਾ ਮਾਸ ਖਾ ਲਓ, ਝੋਟੇ ਦਾ ਮਾਸ ਖਾ ਲਓ, ਪਤਾ ਨਹੀਂ ਕਿਹਦਾ ਮਾਸ ਖਾਈ ਜਾਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੰਨੇ ਰਸਾਂ ਕਸਾਂ ਵਿੱਚ ਜਿਹੜਾ ਬੰਦਾ ਫਸਿਆ ਵਾ, ਦੱਸੋ ਉਹਨੂੰ ਕਿਹੜੇ ਵੇਲੇ ਰੱਬ ਦੇ ਨਾਮ ਦੇ ਰਸ ਦਾ ਸਵਾਦ ਆਏਗਾ ਜੀ। ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ, ਜਿੱਥੇ 9 ਕੁਰਸੀਆਂ ਪਹਿਲਾਂ ਹੀ ਡਿੱਠੀਆਂ ਪਈਆਂ ਨੇ, ਉੱਥੇ ਦੱਸੋ ਰੱਬ ਕਿਹੜੀ ਕੁਰਸੀ ਤੇ ਬੈਠੇ। ਸਾਰੀਆਂ ਕੁਰਸੀਆਂ ਤੇ ਮੱਲੀਆਂ ਹੋਈਆਂ ਨੇ, ਪਹਿਲਾਂ ਹੀ ਓਕੂਪਾਈਡ ਨੇ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇਹਦਾ ਅਰਥ ਇਹ ਹੈ ਕਿ ਤੂੰ ਰਸਾਂ ਕਸਾਂ ਤੋਂ ਉੱਪਰ ਉੱਠਿਆ ਜਾਏਗਾ ਰੱਬ ਦੇ ਨਾਮ ਕਰਕੇ। ਸਹਾਇਕ ਹੈ ਜੇਕਰ ਅਸੀਂ ਮਸਾਲੇ ਵਗੈਰਾ ਮਿਰਚਾਂ ਵਗੈਰਾ ਘੱਟ ਕਰ ਦਈਏ ਨਾ, ਉਹਦਾ ਅਸਰ ਮਨ ਦੇ ਉੱਤੇ ਚੰਗਾ ਪੈਂਦਾ ਹੈ। ਘੱਟ ਹੀ ਛਕਣਾ ਚਾਹੀਦਾ ਹੈ। ਸਾਡੇ ਸਰੀਰ ਨੂੰ ਇੰਨਾ ਬਾਹਰ ਦੀਆਂ ਚੀਜ਼ਾਂ ਦੀ ਲੋੜ ਨਹੀਂ, ਕਿਉਂਕਿ ਸੁੱਖ ਦੇ ਨਾਲ ਅਸੀਂ ਕਰਦੇ ਕੀ ਆ, ਸਵੇਰੇ ਖਾ ਲਓ, ਦੁਪਹਿਰੇ ਖਾ ਲਓ, ਸ਼ਾਮ ਨੂੰ ਖਾ ਲਓ, ਰਾਤ ਨੂੰ ਖਾ ਲਓ, ਖਾਂਦੇ ਰਹੋ। ਮਹਾਰਾਜ ਇਸੇ ਨੂੰ ਕਹਿੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਿਆ ਤਨ ਪੀੜੀਐ ਮਨ ਮਹਿ ਚਲੇ ਵਿਕਾਰ। ਤੇਰੇ ਦਿਮਾਗ ਦੇ ਵਿੱਚ 24 ਘੰਟੇ ਖਾਈ ਜਾਓ ਤੇ ਤੂੰ ਖਾਂਦਾ ਵੀ ਇੰਝ ਆ ਕਿ ਜਿਵੇਂ ਪਤਾ ਨਹੀਂ ਹੁਣ ਸ਼ਾਮ ਨੂੰ ਮਿਲਣਾ ਵੀ ਹੈ ਕਿ ਨਹੀਂ, ਦੁਪਹਿਰੇ ਇਸ ਢੰਗ ਨਾਲ ਖਾਣਾ। ਤੂੰ ਖਾਣ ਵਾਸਤੇ ਧਰਤੀ ਤੇ ਥੋੜਾ ਆਇਆ, ਤੂੰ ਤੇ ਰੱਬ ਦਾ ਨਾਮ ਜਪਣ ਵਾਸਤੇ ਧਰਤੀ ਤੇ ਆਇਆ ਹੈ। ਇਸ ਕਰਕੇ ਭਾਈ ਓਨਾ ਕੋਈ ਛਕ ਜਿੰਨੇ ਕੁ ਨਾਲ ਭਗਤੀ ਹੋ ਸਕੇ। ਵੱਧ ਛਕਾਂਗੇ ਉਹ ਫਿਰ ਅੰਦਰ ਵਿਗਾੜ ਪੈਦਾ ਕਰਦਾ ਹੈ। ਅਰਦਾਸ ਬੇਨਤੀ ਕਰੇ, ਇਹ ਜਿੰਨਾ ਚਿਰ ਰੂਹਾਨੀ ਜੀਵਨ ਵਿੱਚ ਅਸੀਂ ਉਤਰਾਂਗੇ ਨਹੀਂ ਨਾ, ਸਾਨੂੰ ਨਹੀਂ ਪਤਾ ਲੱਗਣਾ। ਤੇ ਜਦੋਂ ਅੰਦਰ ਮਹਾਰਾਜ ਜੀ ਬਖਸ਼ਿਸ਼ ਵਰਤਾ ਦਿੰਦੇ ਆ, ਫਿਰ ਜੋ ਮਰਜ਼ੀ ਛਕੀ ਜਾਓ, ਫਿਰ ਫਰਕ ਹੀ ਕੋਈ ਨਹੀਂ ਪੈਂਦਾ ਜਦੋਂ ਇੱਕ ਵਾਰੀ ਪਹੁੰਚ ਗਏ। ਜਿਸ ਤਰ੍ਹਾਂ ਅਸੀਂ ਸੌਖੇ ਢੰਗ ਨਾਲ ਸਮਝ ਲਈਏ, ਕੋਈ ਬੰਦਾ ਆਪਣੀ ਜੋਬ ਕਰਦਾ ਲਗਾਤਾਰ, ਇੱਕ ਦਿਨ ਵੀ ਛੁੱਟੀ ਕੀਤੀ ਤੇ ਉਹਦੀ ਜਿਹੜੀ ਪੇ ਆ ਕੱਟੀ ਜਾਂਦੀ ਆ। ਵੱਡੇ ਅਫਸਰ ਉਹਨੂੰ ਬੋਲ ਸਕਦੇ ਆ, ਫਰਕ ਪੈਂਦਾ ਆ। ਤੇ ਜਦੋਂ ਬੰਦਾ ਰਿਟਾਇਰਡ ਹੋ ਜਾਂਦਾ ਆ ਤੇ ਫਿਰ ਘਰੇ ਬੈਠਾ ਆ, ਹੁਣ ਭਾਵੇਂ ਆਫਿਸ ਜਾਵੇ ਵੀ ਨਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਹੁਣ ਕੋਈ ਅਟੈਂਡੈਂਸ ਲਾਉਣ ਦੀ ਲੋੜ ਵੀ ਕੋਈ ਨਹੀਂ, ਹੁਣ ਤੇ ਪ੍ਰਾਪਤੀ ਹੋ ਗਈ, ਪੈਨਸ਼ਨ ਮਿਲ ਗਈ, ਆਪ ਹੀ ਸਾਰਾ ਕੁਛ ਹੋਈ ਜਾਣਾ, ਡੀਏ ਆਪੇ ਆਈ ਜਾਣਾ, ਏਰੀਅਲ ਆਪੇ ਆਈ ਜਾਣਾ, ਸਾਰਾ ਕੁਛ ਆਪੇ ਆਈ ਜਾਣਾ। ਇਸ ਕਰਕੇ ਜਿੰਨਾ ਚਿਰ ਪਹੁੰਚੇ ਨਹੀਂ ਓਨਾ ਚਿਰ ਸਾਧਨਾ ਦੀ ਲੋੜ ਪੈਂਦੀ ਹੈ। ਫਿਰ ਜਿਸ ਵੇਲੇ ਸਾਧਨਾ ਮੁਕੰਮਲ ਹੋ ਜਾਂਦੀ ਹੈ ਤੇ ਫਿਰ ਕੀ ਹੁੰਦਾ ਹੈ, ਫਿਰ ਦੂਜਾ ਪਿਆਰ ਦੇ ਵਿੱਚ ਜੋ ਮਰਜ਼ੀ ਛਕਾ ਦੇਵੇ ਨਾ, ਫਿਰ ਜਿਹੜਾ ਅੰਦਰੋਂ ਭਿੱਜ ਜਾਂਦਾ ਹੈ ਉਹ ਛਕ ਲੈਂਦਾ ਹੈ। ਫਿਰ ਉਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਐਸਾ ਨਹੀਂ ਹੁੰਦਾ ਕਿ ਇਹ ਖਾਵਾਂਗੇ ਤੇ ਕੁਝ ਗਲਤ ਹੀ ਨਾ ਅਸਰ ਹੋ ਜਾਏ। ਖੈਰ, ਆਪਾਂ ਫਿਰ ਆਪਣੇ ਵਿਸ਼ੇ ਵੱਲ ਆਈਏ ਜੀ। ਅੱਗੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ, ਆਓ ਸ਼ਰਵਣ ਕਰੀਏ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਆਪਾਂ ਸ਼ਬਦ ਲਈਏ ਭੁਗਤ। ਭੁਗਤ ਕਹੀਏ ਜੀ ਚੂਰਮਾ। ਚੂਰਮਾ ਕੀ ਹੁੰਦਾ ਹੈ? ਚੂਰਮੇ ਦੇ ਵਿੱਚ ਹੀ ਸ਼ੱਕਰ ਮਿਕਸ ਹੁੰਦੀ ਆ, ਚੂਰਮੇ ਦੇ ਵਿੱਚ ਹੀ ਪ੍ਰਸ਼ਾਦਾ ਮਿਕਸ ਹੁੰਦਾ ਹੈ, ਚੂਰਮੇ ਦੇ ਵਿੱਚ ਹੀ ਚਾਵਲ ਮਿਕਸ ਹੁੰਦੇ ਨੇ, ਚੌਲ ਮਿਕਸ ਹੁੰਦੇ ਨੇ, ਚੂਰਮੇ ਵਿੱਚ ਕਈ ਕੁਝ ਹੀ ਹੁੰਦਾ ਹੈ ਜੀ। ਕਹਿੰਦੇ ਨੇ ਕਿ ਜਿਹੜੇ ਜੋਗੀ ਨੇ ਇਹ ਜਦੋਂ ਮੰਗਣ ਜਾਂਦੇ ਨੇ, ਜੋ ਮਿਲਦਾ ਹੈ ਪਾਈ ਜਾਂਦੇ ਨੇ। ਪੁਰਾਣੇ ਸਮੇਂ ਦੇ ਜੋਗੀ ਤਾਂ ਇੱਕੋ ਭਾਂਡੇ 'ਚ ਪਾਈ ਜਾਂਦੇ ਸੀ, ਅੱਜ ਕੱਲ੍ਹ ਦੇ ਜੋਗੀ ਥੋੜ੍ਹੇ ਮਾਡਰਨ ਹੋ ਗਏ ਨੇ। ਹੁਣ ਉਹਨਾਂ ਨੇ ਗੋਦੜੀਆਂ ਉਹ ਰੱਖੀਆਂ ਨੇ
ਜੇਬਾਂ ਬਣਾਈਆਂ ਹੋਈਆਂ ਨੇ, ਝੋਲੇ ਵੱਖੋ ਵੱਖਰੇ ਨੇ, ਚੌਲ ਜਿਹੜੇ ਆਏ ਉਹ ਵੱਖਰੇ, ਕਣਕ ਵੱਖਰੀ, ਪ੍ਰਸ਼ਾਦੇ ਵੱਖਰੇ, ਦੁੱਧ ਵਾਸਤੇ ਭਾਂਡਾ ਵੱਖਰਾ। ਮਹਾਰਾਜ ਜੀ ਕਹਿੰਦੇ ਨੇ ਜਿਹੜਾ ਤੂੰ ਚੂਰਮਾ ਛਕਦਾ ਹੈ ਨਾ, ਉਹ ਬ੍ਰਹਮ ਗਿਆਨ ਦਾ ਚਾਹੀਦਾ ਹੈ। ਹੇ ਜੋਗੀ, ਬ੍ਰਹਮ ਗਿਆਨ ਦਾ ਤੂੰ ਭੋਜਨ ਛਕੇ। ਭੁਗਤ ਗਿਆਨ, ਇੱਥੇ ਗਿਆਨ ਦਾ ਅਰਥ ਹੈ ਬ੍ਰਹਮ ਗਿਆਨ, ਸੰਸਾਰ ਦੇ ਗਿਆਨ ਤੋਂ ਉੱਪਰ ਦਾ ਗਿਆਨ। ਅੱਗੇ ਹੈ ਦਇਆ ਭੰਡਾਰਨ, ਇਸ ਨੂੰ ਦਇਆ ਕਹਿਣਾ ਹੈ, ਦਇਆ ਨਹੀਂ। ਦਇਆ ਭੰਡਾਰਨ, ਭੰਡਾਰਨ ਕਹਿੰਦੇ ਨੇ ਇੱਕ ਭਾਂਡੇ ਨੂੰ ਜਿਹੜੇ ਭਾਂਡੇ ਵਿੱਚ ਚੂਰਮਾ ਪਾ ਕੇ ਵਰਤਾਇਆ ਜਾਂਦਾ ਹੈ। ਇਹਦਾ ਦੂਜਾ ਅਰਥ ਇਹ ਹੁੰਦਾ ਹੈ ਜੋ ਉਸ ਭਾਂਡੇ ਦੇ ਵਿੱਚ ਪਾ ਕੇ ਤੇ ਦੂਜੇ ਨੂੰ ਵਰਤਾਉਣ ਵਾਲਾ ਹੋਵੇ। ਇਹਦੇ ਤਕਰੀਬਨ 18-19 ਅਰਥ ਨੇ, ਆਪਾਂ ਬਹੁਤੇ ਵਿਸਥਾਰ 'ਚ ਨਾ ਜਾਈਏ। ਦਇਆ ਭੰਡਾਰਨ, ਤੇਰੇ ਕੋਲ ਬ੍ਰਹਮ ਗਿਆਨ ਹੈ, ਜੇ ਹੈ ਤੇ ਸਮਝ ਲੈ ਕਿ ਤੂੰ ਭੋਜਨ ਛਕ ਲਿਆ। ਜੇ ਤੇਰੇ ਕੋਲ ਦਇਆ ਹੈ ਤੇ ਸਮਝ ਲੈ ਕਿ ਤੇਰੇ ਕੋਲ ਭੰਡਾਰਨ ਹੈ, ਜਿਹਦੇ ਵਿੱਚ ਭੰਡਾਰਾ ਪਾ ਕੇ ਵਰਤਾਇਆ ਜਾਂਦਾ ਹੈ। ਘਟ ਘਟ ਵਾਜੈ ਹੈ ਨਾਦ, ਹੁਣ ਹਰੇਕ ਜੋਗੀ ਦੇ ਕੋਲ ਇੱਕ ਨਾਦ ਹੁੰਦਾ ਹੈ, ਗਲ ਦੇ ਵਿੱਚ ਨਾ ਇੱਕ ਯੰਤਰ ਜਿਹਾ ਪਾਇਆ ਹੁੰਦਾ ਹੈ, ਸਾਜ਼ ਪਾਇਆ ਹੁੰਦਾ ਹੈ। ਜਦੋਂ ਉਹਨਾਂ ਨੇ ਪ੍ਰਸ਼ਾਦਾ ਛਕਣਾ ਹੁੰਦਾ ਹੈ, ਉਹ ਸਿੰਗੀ ਵਜਾ ਦਿੰਦੇ ਨੇ। ਇਹਦਾ ਅਰਥ ਇਹ ਹੈ ਕਿ ਆਪਾਂ ਤਿਆਰ ਹਾਂ, ਹੁਣ ਪ੍ਰਸ਼ਾਦਾ ਆਉਣ ਦਿਓ। ਤੇ ਉਹ ਕਹਿੰਦੇ ਨੇ ਕਿ ਜੋ ਤੂੰ ਗਲ ਵਿੱਚ ਨਾਦ ਪਾਇਆ ਹੈ, ਸਿੰਗੀ ਪਾਈ ਹੈ, ਟੁੱਟ ਸਕਦੀ ਹੈ, ਸੜ ਸਕਦੀ ਹੈ, ਇਹਨੂੰ ਕੋਈ ਚੋਰੀ ਵੀ ਕਰ ਸਕਦਾ ਹੈ। ਪਰਮੇਸ਼ਵਰ ਦਾ ਨਾਮ ਜੋ ਹਰ ਘਟ ਘਟ ਦੇ ਵਿੱਚ ਵਰਤ ਰਿਹਾ ਹੈ, ਦੇਖ ਕੀ ਤੈਨੂੰ ਉਹਦੀ ਸੋਏ ਸੁਣਦੀ ਪਈ ਹੈ? ਕੀ ਤੈਨੂੰ ਉਸ ਪਰਮੇਸ਼ਵਰ ਦੀ ਆਵਾਜ਼, ਉਹਦਾ ਸਦੜਾ ਸੁਣਦਾ ਪਿਆ? ਜੇ ਸੁਣਦਾ ਪਿਆ, ਸਮਝ ਲੈ ਕਿ ਤੇਰੇ ਗਲ ਵਿੱਚ ਨਾਦ ਪਿਆ ਹੋਇਆ ਹੈ। ਤੇ ਅਸੀਂ ਇਕੱਲਾ ਜੋਗੀਆਂ ਨੂੰ ਨਾ ਦੇਖੀਏ, ਮਹਾਰਾਜ ਸਾਨੂੰ ਵੀ ਕਹਿ ਰਹੇ ਨੇ, ਵਾਜੇ ਤੂੰ ਚੱਕ ਲਿਆ, ਤੰਤੀ ਸਾਜ਼ ਤੂੰ ਚੱਕ ਲਿਆ, ਬਾਹਰੋਂ ਕੀਰਤਨ ਕਰ ਲਿਆ, ਤੈਨੂੰ ਅੰਦਰੋਂ ਕੀਰਤਨ ਅਜੇ ਤੱਕ ਸੁਣਿਆ ਕਿ ਨਹੀਂ ਸੁਣਿਆ? ਤੈਨੂੰ ਤਾਂ ਕੀਰਤਨ ਹਵਾਵਾਂ ਵਿੱਚੋਂ, ਮਿੱਟੀ ਦੇ ਕਣਾਂ ਵਿੱਚੋਂ ਸੁਣਨਾ ਚਾਹੀਦਾ ਹੈ, ਫੇਰ ਹੀ ਤਾਂ ਕੀਰਤਨ ਹੈ, ਨਹੀਂ ਤਾਂ ਕਰਮ ਕਾਂਡ ਬਣ ਕੇ ਰਹਿ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲਵੇ, ਸਾਨੂੰ ਇੰਨਾ ਵੱਡਾ ਉੱਚਾ ਸੁੱਚਾ ਬ੍ਰਹਮ ਗਿਆਨ ਵਾਲਾ ਜੀਵਨ ਬਖਸ਼ਿਸ਼ ਕੀਤਾ, ਅਸੀਂ ਫਿਰ ਉੱਥੇ ਦੇ ਉੱਥੇ ਹੀ ਖੜੇ ਹਾਂ। ਇਹ ਸਾਡਾ ਦੁਖਾਂਤ ਹੈ ਜੀ, ਇਹ ਸਾਡਾ ਦੁਖਾਂਤ ਹੈ। ਹੁਣ ਮਹਾਰਾਜ ਜੀ ਜੋਗੀਆਂ ਨੂੰ ਕਹਿੰਦੇ ਨੇ, ਹੈ ਤੁਹਾਡੇ ਕੋਲ ਭੋਜਨ ਕਾਹਦਾ? ਬ੍ਰਹਮ ਗਿਆਨ ਦਾ। ਹੈ ਤੁਹਾਡੇ ਕੋਲ ਭੰਡਾਰਨ ਦਇਆ ਦੀ। ਹੈ ਤੁਹਾਡੇ ਕੋਲ ਸਾਜ਼ ਜੋ ਤੁਹਾਨੂੰ ਹਰ ਇੱਕ ਦੇ ਵਿੱਚ ਪਰਮੇਸ਼ਵਰ ਦੀ ਸੱਦ ਸੁਣਨ ਵਾਸਤੇ ਸਹਾਈ ਹੋਵੇ। ਜੇ ਹੈ ਤੇ ਫਿਰ ਵਾਕਈ ਤੁਸੀਂ ਯੋਗ ਮਤ ਦੇ ਉੱਤੇ ਸਹੀ ਢੰਗ ਦੇ ਨਾਲ ਤੁਰਦੇ ਪਏ ਹੋ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਹੇ ਜੋਗੀਓ, ਤੁਸੀਂ ਕਹਿੰਦੇ ਹੋ ਕਿ ਤੁਸੀਂ ਗੋਰਖਨਾਥ ਦੇ ਚੇਲੇ ਹੋ, ਪਰ ਸਭ ਤੋਂ ਵੱਡਾ ਨਾਥ ਹੈ ਪਰਮੇਸ਼ਵਰ ਆਪ। ਪਰਮੇਸ਼ਵਰ ਹੀ ਸਭ ਤੋਂ ਵੱਡਾ ਜੋਗੀ ਹੈ, ਸਭ ਤੋਂ ਵੱਡਾ ਨਾਥ ਹੈ। ਨਾਥੀ ਸਭ ਜਾ ਕੀ, ਇਹ ਨਾਥੀ ਨੂੰ, ਨੰਨੇ ਨੂੰ ਕੰਨੇ ਉੱਤੇ ਅਦਕ ਪਏਗਾ ਬੋਲਣ ਵਿੱਚ। ਨਾਥੀ ਸਭ ਜਾ ਕੀ, ਜਿਵੇਂ ਆਪਾਂ ਕਹਿ ਦਿੰਦੇ ਨਾ ਇਹ ਚੀਜ਼ ਨੱਥੀ ਹੋਈ ਆ, ਪੁਰਾਣਾ ਸਾਡਾ ਪੰਜਾਬੀ ਦਾ ਠੇਠ ਅਲਫਾਜ਼ ਆ ਨੱਥਿਆ ਹੋਇਆ। ਇਸ ਫਾਈਲ ਨੂੰ ਨੱਥੀ ਕਰ ਦਿਓ, ਭਾਵ ਕਿ ਇਹਨੂੰ ਬੰਨ੍ਹ ਦਿਓ, ਨਕੇਲ ਪਾ ਦਿਓ, ਇੱਕ ਵਾਇਰ ਵਿੱਚੋਂ ਲੰਘਾ ਦਿਓ ਜਾਂ ਧਾਗਾ ਲੰਘਾ ਦਿਓ। ਕਹਿੰਦੇ ਨੇ ਪਰਮੇਸ਼ਵਰ ਜੀ ਆਪ ਨਾਥ ਨੇ ਤੇ ਸਾਰੀ ਸ੍ਰਿਸ਼ਟੀ ਉਹਨਾਂ ਨੇ ਨੱਥੀ ਕੀਤੀ ਹੋਈ ਆ, ਵਸ ਵਿੱਚ ਕੀਤੀ ਹੋਈ ਆ। ਰਿੱਧ ਸਿੱਧ ਅਵਰਾ ਸਾਧ, ਇਸ ਨੂੰ ਸਾਧ ਕਹਾਂਗੇ। ਸਾਧ, ਜੇ ਸਾਧ ਕਹਾਂਗੇ ਫਿਰ ਧੱਦਾ ਪੈ ਜਾਏਗਾ। ਤੇ ਜੋਗੀਓ, ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਜਦੋਂ ਆ ਗਈਆਂ ਤੇ ਤੁਸੀਂ ਹੋਰਲੇ ਸਵਾਦਾਂ ਵਿੱਚ ਹੀ ਤੁਰੇ ਫਿਰਦੇ ਹੋ। ਰੱਬ ਦੇ ਨਾਮ ਦੇ ਮਾਰਗ ਦੇ ਉੱਤੇ ਰਿੱਧੀਆਂ ਸਿੱਧੀਆਂ ਰੁਕਾਵਟ ਨੇ, ਇਹ ਸੱਚ ਹੈ ਜੀ। ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਸ਼ਬਦ ਜਪਾਂਗੇ ਨਾ, ਅੱਗੇ ਮਹਾਰਾਜ ਜੀ ਨੇ ਸਾਰਾ ਦੱਸਣਾ ਹੈ, ਕੱਲੀ ਕੱਲੀ ਚੀਜ਼ ਦਾ, ਕੱਲੇ ਕੱਲੇ ਪੜਾਅ ਦੇ ਬਾਰੇ ਆਪਾਂ ਨਾ ਅੱਗੇ ਵਾਚਣਾ ਹੈ। ਜਦੋਂ ਖੰਡ ਸ਼ੁਰੂ ਹੋਣੇ ਨੇ, ਧਰਮ ਖੰਡ, ਗਿਆਨ ਖੰਡ,
ਉਹਦੇ ਵਿੱਚ ਮਹਾਰਾਜ ਜੀ ਨੇ ਬਹੁਤ ਡਿਟੇਲ ਦੇ ਵਿੱਚ ਦੱਸਿਆ ਸਾਰਾ ਕੁਝ। ਪਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਤੇਰੇ ਕੋਲ ਸ਼ਕਤੀਆਂ ਪ੍ਰਗਟ ਤੇ ਹੋਣੀਆਂ ਹੀ ਨੇ, ਕਿਉਂਕਿ ਤੂੰ ਗੁਰੂ ਦੇ ਸ਼ਬਦ ਨੂੰ ਜਪਦਾ ਹੈ। ਜੇ ਹੁਣ ਤੂੰ ਜਪਦਾ ਹੈ ਤੇ ਤਾਕਤਾਂ ਨੇ ਆਉਣਾ ਹੈ, ਹੱਥ ਵੀ ਜੋੜ, ਉਹ ਤਾਕਤਾਂ ਜੋੜਨਗੀਆਂ ਕਿ ਦੱਸੋ ਕੀ ਚਾਹੀਦਾ ਹੈ। ਪਰ ਉਸ ਵੇਲੇ ਗੁਰੂ ਕਾ ਸਿੱਖ ਸਿਰਫ ਹੱਥ ਜੋੜ ਕੇ ਰੱਬ ਦੇ ਅੱਗੇ ਅਰਦਾਸ ਕੀ ਕਰਦਾ ਹੈ, ਗੁਰੂ ਦੇ ਅੱਗੇ ਇੱਕੋ ਹੀ ਅਰਜ਼ੋਈ ਕਰਦਾ ਹੈ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਹ ਰਿੱਧੀਆਂ ਸਿੱਧੀਆਂ ਭੁੱਖ ਲਵਾਉਂਦੀਆਂ ਨੇ ਤੇ ਗੁਰੂ ਕਾ ਸ਼ਬਦ ਭੁੱਖ ਖਤਮ ਹੀ ਕਰ ਦਿੰਦਾ ਹੈ। ਇਹ ਰਿੱਧੀਆਂ ਸਿੱਧੀਆਂ ਵਿਸ਼ੇ ਵਿਕਾਰੀ ਬਣਾ ਦਿੰਦੀਆਂ ਨੇ ਤੇ ਗੁਰੂ ਕਾ ਸ਼ਬਦ ਨਿਰੰਕਾਰੀ ਬਣਾ ਦਿੰਦਾ। ਇਹ ਰਿੱਧੀਆਂ ਸਿੱਧੀਆਂ ਸੰਸਾਰੀ ਪ੍ਰਤਿਸ਼ਠਾ ਦੇ ਵਿੱਚ ਗਲਤਾਨ ਕਰ ਦਿੰਦੀਆਂ ਨੇ ਤੇ ਗੁਰੂ ਦਾ ਸ਼ਬਦ ਸਾਡੀ ਸੁਰਤ ਨੂੰ ਇੰਨਾ ਉੱਚਾ ਲੈ ਜਾਂਦਾ ਆ ਜਿੱਥੋਂ ਇਹ ਬਾਣੀ ਆਈ ਹੋਈ ਆ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਰਿੱਧ ਸਿੱਧ ਅਵਰਾ ਸਾਧ। ਇਸ ਨੂੰ ਰਿੱਧ ਸਿੱਧ ਨਹੀਂ ਕਹਿਣਾ, ਥੋੜਾ ਜਿਹਾ ਅਸੀਂ ਸਟ੍ਰੈਸ ਪਾ ਕੇ ਬੋਲਾਂਗੇ। ਰਿੱਧ ਸਿੱਧ ਅਵਰਾ ਸਾਧ, ਇਹ ਰੱਬ ਦੇ ਮਾਰਗ ਤੋਂ ਅਲੈਦਾ ਜੋ ਤਾਕਤਾਂ ਵਰਤਦੀਆਂ ਨੇ, ਇਹ ਸਵਾਦ ਐਸੇ ਨੇ ਰਿੱਧੀਆਂ ਸਿੱਧੀਆਂ ਦੇ ਜੋ ਰੱਬ ਦੇ ਨਾਮ ਦੇ ਸਵਾਦ ਤੋਂ ਸਾਨੂੰ ਵਾਂਝਿਆਂ ਕਰ ਦਿੰਦੀਆਂ ਹਨ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸੰਜੋਗ ਵਿਜੋਗ ਦੁਇ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਸੰਸਾਰ ਵਿੱਚ ਕੁਝ ਮਿਲਿਆ ਸੰਜੋਗ, ਸੰਸਾਰ ਵਿੱਚ ਕੁਝ ਵਿਛੜ ਗਿਆ ਵਿਜੋਗ। ਮਹਾਰਾਜ ਜੀ ਕਹਿੰਦੇ ਨੇ ਇਹ ਦੋ ਅਲਫਾਜ਼ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਦਿਨ ਹੈ ਤੇ ਨਾਲ ਹੀ ਦੂਸਰੇ ਪਾਸੇ ਰਾਤ ਹੈ। ਜੇ ਜਨਮ ਹੈ ਤੇ ਨਾਲ ਹੀ ਮਰਨ ਹੈ। ਜੇ ਤਾਕਤ ਹੈ ਨਾਲ ਹੀ ਕਮਜ਼ੋਰੀ ਹੈ। ਜੇ ਹਾਸਾ ਹੈ ਨਾਲ ਹੀ ਰੋਣਾ ਹੈ। ਜੇ ਖੂਬਸੂਰਤੀ ਹੈ ਨਾਲ ਹੀ ਬਦਸੂਰਤੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਵਿੱਚ ਕੁਝ ਵੀ ਐਸਾ ਨਹੀਂ ਜਿਹਦੇ ਕਰਕੇ ਤੂੰ ਖੁਸ਼ ਹੋਵੇਂ, ਕਿਉਂਕਿ ਸੰਸਾਰ ਬਿਨਸਨਹਾਰ ਹੈ। ਤੇ ਸੰਸਾਰ ਵਿੱਚ ਕੁਝ ਐਸਾ ਹੈ ਹੀ ਨਹੀਂ ਜਿਹਦੇ ਕਰਕੇ ਤੂੰ ਰੋਵੇਂ। ਕਾਹਦੇ ਵਾਸਤੇ ਰੋਣਾ? ਰੋਣਾ ਹੈ ਤੇ ਉਸ ਗੁਰੂ ਕੇ ਸ਼ਬਦ ਨੂੰ ਜਪ ਜਪ ਕੇ ਰੋ, ਜਿਸ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖ ਮਨਾ ਤੈਨੂੰ ਕੀ ਕੀ ਦਿੱਤਾ ਰੱਬ ਨੇ। ਹੱਥ ਦਿੱਤੇ, ਪੈਰ ਦਿੱਤੇ, ਅੱਖਾਂ ਦਿੱਤੀਆਂ, ਸਾਰਾ ਕੁਝ ਦਿੱਤਾ, ਤੂੰ ਧੰਨਵਾਦ ਨਹੀਂ ਦੇ ਸਕਿਆ? ਸ਼ੁਕਰ ਕਰ ਰੱਬ ਦਾ, ਸ਼ੁਕਰ ਕਰ। ਤੇਰੇ ਇੱਕ ਇੱਕ ਮਾੜੇ ਖਿਆਲ ਦੇ ਉੱਤੇ ਰੱਬ ਪਰਦਾ ਪਾਈ ਬੈਠਾ ਹੈ। ਵੇਖ ਕਿੰਨੀ ਵੱਡੀ ਉਹਦੀ ਦਇਆ। ਤੂੰ ਜਿਸ ਬੰਦੇ ਦੇ ਸਾਹਮਣੇ ਬੈਠਾ ਹੈ, ਤੇਰੇ ਅੰਦਰ ਉਹਦੇ ਪ੍ਰਤੀ ਮਾੜੇ ਖਿਆਲ ਆ ਰਹੇ ਨੇ, ਰੱਬ ਨੇ ਕਿੱਡਾ ਵੱਡਾ ਪਰਦਾ ਪਾਇਆ, ਨਾਲ ਬੈਠੇ ਬੰਦੇ ਨੂੰ ਪਤਾ ਨਹੀਂ ਲੱਗਦਾ। ਅਜੇ ਤੱਕ ਕੋਈ ਐਸੀ ਮਸ਼ੀਨ ਬਣੀ ਨਹੀਂ ਜੋ ਬੰਦੇ ਦੇ ਖਿਆਲਾਂ ਨੂੰ ਫੜ ਸਕੇ, ਬੰਦੇ ਦੇ ਖਿਆਲਾਂ ਨੂੰ ਪ੍ਰਿੰਟ ਕਰ ਸਕੇ ਜਾਂ ਬੰਦੇ ਦੇ ਖਿਆਲਾਂ ਨੂੰ ਦੱਸ ਸਕੇ। ਕਹਿਣ ਦਾ ਅਰਥ ਇਹ ਹੈ ਰੱਬ ਨੇ ਕਿੰਨੀ ਵੱਡੀ ਕਿਰਪਾ ਕੀਤੀ। ਪਰ ਬੰਦਾ ਹੈ, ਬੰਦੇ ਦਾ ਸੁਭਾਅ ਹੀ ਨਾ ਸ਼ੁਕਰਾ ਹੈ ਜੀ। ਇਹ ਨਹੀਂ ਸ਼ੁਕਰਾਨਾ ਜਾਣਦਾ। ਗੁਰੂ ਮਹਾਰਾਜ ਜੀ ਸ਼ੁਕਰਾਨਾ ਕਰਨ ਦਾ ਢੰਗ ਦੱਸਦੇ ਨੇ। ਮਹਾਰਾਜ ਜੀ ਕਹਿੰਦੇ ਨੇ ਸੰਜੋਗ ਕੁਝ ਮਿਲ ਗਿਆ, ਵਿਜੋਗ ਕੁਝ ਵਿਛੜ ਗਿਆ। ਇਹ ਦੋਵੇਂ ਹੀ ਚੀਜ਼ਾਂ ਤੈਨੂੰ ਆਪਣੇ ਜੀਵਨ ਦੇ ਵਿੱਚ ਵਾਰੋ ਵਾਰੀ ਮਿਲਦੀਆਂ ਹੀ ਰਹਿਣੀਆਂ ਨੇ। ਇਹ ਸੰਸਾਰ ਦੇ ਵਿੱਚ ਕਾਰਜ ਹੁੰਦੇ ਹੀ ਤਾਂ ਨੇ। ਤੇ ਕਹਿਣ ਲੱਗੇ ਲੇਖੇ ਆਵੈ ਭਾਗ, ਤੇਰੇ ਭਾਗਾਂ ਦੇ ਵਿੱਚ ਜੋ ਲਿਖਿਆ ਹੈ ਉਹ ਤੈਨੂੰ ਮਿਲ ਹੀ ਜਾਣਾ ਹੈ। ਤੇ ਜੇ ਤੂੰ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇਂ ਤੈਨੂੰ ਰੱਬ ਵੀ ਮਿਲ ਜਾਏਗਾ, ਕਿਉਂਕਿ ਗੁਰੂ ਮਹਾਰਾਜ ਜੀ ਗਰੰਟੀ ਦਿੰਦੇ ਨੇ ਤੂੰ ਆ, ਰੱਬ ਨਾਲ ਮਿਲਾਉਣ ਦੀ ਜ਼ਿੰਮੇਵਾਰੀ ਮੇਰੀ। ਅੱਗੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਆਦੇਸ ਤਿਸੈ ਆਦੇਸ। ਉਸ ਪਰਮ ਪਿਤਾ ਪਰਮੇਸ਼ਵਰ ਜੀ ਨੂੰ ਮੇਰਾ ਨਮਸਕਾਰ ਹੈ, ਬਾਰ ਬਾਰ ਨਮਸਕਾਰ ਹੈ। ਕਿਸ ਪਰਮ ਪਿਤਾ ਪਰਮੇਸ਼ਵਰ ਜੀ ਨੂੰ? ਹਾਂਜੀ। ਆਦ ਅਨੀਲ ਅਨਾਦ ਅਨਾਹਤ
ਜੁਗ ਜੁਗ ਏਕੋ ਵੇਸ। ਜਿਸ ਪਰਮੇਸ਼ਵਰ ਤੋਂ ਪਹਿਲਾਂ ਕੋਈ ਵੀ ਨਹੀਂ ਸੀ, ਉਹੀ ਸਾਰਿਆਂ ਦਾ ਮੁੱਢ ਹੈ। ਉਹਦਾ ਸਵਰੂਪ ਸੰਪੂਰਨ ਤੌਰ ਤੇ ਪ੍ਰਕਾਸ਼ਮਾਨ ਹੈ। ਉਸ ਪਰਮੇਸ਼ਵਰ ਦਾ ਕੋਈ ਵੀ ਹਿੱਸਾ ਅੱਜ ਤੱਕ ਕਿਸੇ ਨੂੰ ਲੱਭਿਆ ਨਹੀਂ, ਤੇ ਜੋ ਪਰਮੇਸ਼ਵਰ ਕਦੀ ਵੀ ਮਰਦਾ ਨਹੀਂ, ਐਸੇ ਪਰਮੇਸ਼ਵਰ ਨੂੰ ਬਾਰ-ਬਾਰ ਨਮਸਕਾਰ ਹੈ, ਜਿਸ ਦਾ ਸਵਰੂਪ ਹਰ ਵੇਲੇ, ਹਰ ਸਮੇਂ, ਹਰ ਯੁੱਗ ਦੇ ਵਿੱਚ, ਹਰ ਸਵਾਸ, ਹਰ ਅੰਦਰ ਦੇ ਖਿਆਲ ਦੇ ਵਿੱਚ ਇੱਕੋ ਜਿਹਾ ਹੀ ਰਹਿੰਦਾ ਹੈ। ਉਹ ਬਾਰ-ਬਾਰ ਤਬਦੀਲ ਨਹੀਂ ਹੁੰਦਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇਸ ਢੰਗ ਦੇ ਨਾਲ ਪਰਮੇਸ਼ਵਰ ਜੀ ਨੇ ਜਿਸ ਵੇਲੇ ਸ੍ਰਿਸ਼ਟੀ ਦੀ ਰਚਨਾ ਕੀਤੀ, ਤੇ ਕਹਿੰਦੇ ਨੇ ਮਾਇਆ ਨੂੰ ਪਰਮੇਸ਼ਵਰ ਜੀ ਨੇ ਸਿਰਜਿਆ। ਫਿਰ ਮਾਇਆ ਦੇ ਉੱਤੇ ਐਸੀ ਬਖਸ਼ਿਸ਼ ਵਰਤਾਈ, ਕਹਿੰਦੇ ਨੇ ਫਿਰ ਉਹ ਜੋ ਮਾਇਆ ਸੀ, ਜੋ ਸ਼ਕਤੀ ਰੱਬ ਨੇ ਪੈਦਾ ਕੀਤੀ, ਉਹ ਪ੍ਰਸੂਤ ਹੋਈ ਜੀ। ਫਿਰ ਉਹਦੇ ਤੋਂ ਤਿੰਨ ਦੇਵਤੇ ਪ੍ਰਗਟ ਹੋਏ, ਬ੍ਰਹਮਾ, ਵਿਸ਼ਨੂੰ, ਮਹੇਸ਼। ਇਹ ਤਿੰਨ ਚੇਲੇ ਜਿਸ ਵੇਲੇ ਤਿੰਨ ਪੁੱਤਰ ਪੈਦਾ ਹੋਏ, ਉਸ ਵੇਲੇ ਰੱਬ ਜੀ ਨੇ ਇਹਨਾਂ ਦੀ ਡਿਊਟੀ ਲਾਈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਕਹਿਣ ਲੱਗੇ ਇੱਕ ਨੂੰ ਇਹ ਹੁਕਮ ਕੀਤਾ ਕਿ ਭਾਈ ਤੂੰ ਸ੍ਰਿਸ਼ਟੀ ਨੂੰ ਪੈਦਾ ਕਰ। ਬ੍ਰਹਮਾ ਜੀ ਨੇ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ ਇਹ ਕਾਰਜ ਨਿਭਾਇਆ ਜੀ। ਇਹ ਸੱਚੇ ਪਾਤਸ਼ਾਹ ਜੀ ਜੋਗੀਆਂ ਨੂੰ ਕਹਿ ਰਹੇ ਨੇ, ਤੇ ਕਹਿ ਕਿਉਂ ਰਹੇ ਨੇ? ਕਿਉਂਕਿ ਇਹ ਪੌਰਾਣਿਕ ਮਿੱਥਾਂ ਦੇ ਵਿੱਚ ਤੁਰਿਆ ਹੁੰਦਾ, ਗ੍ਰੰਥਾਂ ਦੇ ਵਿੱਚ ਤੁਰਿਆ ਹੁੰਦਾ ਕਿ ਤਿੰਨ ਦੇਵੀ ਦੇਵਤੇ ਨੇ, ਤੇ ਤਿੰਨਾਂ ਦੇਵੀ ਦੇਵਤਿਆਂ ਨੂੰ ਪੂਜਣਾ ਚਾਹੀਦਾ। ਗੁਰਮਤਿ ਦਾ ਮਤ ਨਹੀਂ ਹੈ। ਜਦੋਂ ਅਸੀਂ ਅੰਦਰਲੇ ਮਾਰਗ ਤੇ ਚੱਲਦੇ ਹਾਂ ਨਾ ਗੁਰੂ ਦੀ ਬਖਸ਼ਿਸ਼ ਨਾਲ, ਤੇ ਸਾਨੂੰ ਦਿਸਦਾ ਹੈ ਕਿ ਲੱਖਾਂ ਕਰੋੜਾਂ ਵਿਸ਼ਨੂੰ ਤੇ ਲੱਖਾਂ ਕਰੋੜਾਂ ਹੀ ਇਹ ਤਾਕਤਾਂ ਆਪਣੇ ਆਪ ਪ੍ਰਗਟ ਹੁੰਦੀਆਂ ਨੇ। ਫਿਰ ਪਤਾ ਲੱਗਦਾ ਹੈ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮਹਾਰਾਜ ਜੀ ਕਹਿੰਦੇ ਨੇ ਇੱਕ ਸੰਸਾਰੀ, ਇਹ ਜੋਗੀਓ ਬ੍ਰਹਮਾ ਜੀ ਨੇ ਸੰਸਾਰ ਨੂੰ ਪੈਦਾ ਕੀਤਾ, ਮੰਨ ਲੈਂਦੇ ਹਾਂ। ਇੱਕ ਭੰਡਾਰੀ ਵਿਸ਼ਨੂੰ ਜੀ ਨੇ ਸਾਰਿਆਂ ਨੂੰ ਜੀ ਦਾਣਾ ਪਾਣੀ ਦਿੱਤਾ। ਇੱਕ ਲਾਏ ਦੀ ਬਾਣ, ਤੇ ਇੱਕ ਮੌਤ ਦਾ ਸੁਨੇਹਾ ਲੈ ਕੇ ਕਚਹਿਰੀ ਲਾਉਂਦਾ ਹੈ, ਭਾਵ ਕਿ ਸ਼ਿਵ ਜੀ ਭਗਵਾਨ। ਇਹ ਤਿੰਨ ਦੇਵਤੇ ਪੈਦਾ ਕੀਤੇ। ਇੱਥੇ ਦੀਵਾਨ ਦਾ ਅਰਥ ਕਚਹਿਰੀ ਹੈ। ਇੱਥੇ ਦੀਵਾਨ, ਜਦੋਂ ਦੀਵਾਨ ਕਹਾਂਗੇ ਤੇ ਇਹਦਾ ਅਰਥ ਹੈ ਕਚਹਿਰੀ। ਜੇ ਦੀਵਾਨ ਕਹਾਂਗੇ ਤੇ ਇਹਦਾ ਅਰਥ ਹੈ ਤੀਰ ਮਾਰਦਾ ਹੈ ਜੀ, ਮੌਤ ਦਾ, ਸਾਰਿਆਂ ਨੂੰ ਮੌਤ ਦਿੰਦਾ ਹੈ। ਕਹਿਣ ਲੱਗੇ ਸ਼ਿਵ ਜੀ ਭਗਵਾਨ ਸਾਰਿਆਂ ਨੂੰ ਮਾਰ ਕੇ ਕਚਹਿਰੀ ਦੇ ਵਿੱਚ ਖੜਾ ਕਰਦਾ ਹੈ। ਇਸ ਤੋਂ ਬਾਅਦ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਪਰ ਇਹਨਾਂ ਦੀ ਆਪਣੀ ਮਰਜ਼ੀ ਕੋਈ ਨਹੀਂ। ਜਿਵੇਂ ਮੇਰੇ ਮਾਲਕ ਨੂੰ ਭਾਉਂਦਾ ਹੈ, ਪਰਮਾਤਮਾ ਉਵੇਂ ਹੀ ਕਰਦਾ ਹੈ। ਇੱਥੇ ਕੋਈ ਵੀ ਦੇਵੀ ਦੇਵਤਾ ਟਸ ਤੋਂ ਮਸ ਨਹੀਂ ਕਰ ਸਕਦਾ, ਆਪਣੀ ਮਰਜ਼ੀ ਨਹੀਂ ਕਰ ਸਕਦਾ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਿਵੇਂ ਮੇਰੇ ਵਾਹਿਗੁਰੂ ਜੀ ਨੂੰ ਭਾਉਂਦਾ ਹੈ, ਉਹ ਉਸੇ ਤਰ੍ਹਾਂ ਹੀ ਕਰਦਾ ਹੈ। ਉਸੇ ਤਰ੍ਹਾਂ ਹੀ ਹੁਕਮ ਦੇ ਅਨੁਸਾਰ ਸ੍ਰਿਸ਼ਟੀ ਦੀ ਪਾਲਣਾ ਪੋਸ਼ਣਾ ਕਰਦਾ ਹੈ, ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਉਸੇ ਤਰ੍ਹਾਂ ਹੀ ਸ੍ਰਿਸ਼ਟੀ ਦਾ ਸੰਘਾਰ ਕਰ ਦਿੰਦਾ ਹੈ। ਰੱਬ ਤੋਂ ਬਿਨਾ ਇਹ ਸ਼ਕਤੀ ਕਿਸੇ ਦੇ ਵੀ ਹੱਥ ਵਿੱਚ ਨਹੀਂ ਹੈ। ਇਸ ਕਰਕੇ ਇਹਨਾਂ ਤਿੰਨਾਂ ਦੇਵੀ ਦੇਵਤਿਆਂ ਨੂੰ ਪੂਜਣਾ ਨਹੀਂ, ਪੂਜਣਾ ਸਿਰਫ ਗੁਰੂ ਕੇ ਸ਼ਬਦ ਨੂੰ, ਗੁਰੂ ਮਹਾਰਾਜ ਜੀ ਦੇ ਹੁਕਮ ਨੂੰ। ਉਹ ਵੇਖੈ ਓਨਾ ਨਦਰ ਨ ਆਵੈ, ਬਹੁਤਾ ਇਹੋ ਵਿਡਾਣ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਰੱਬ ਨੇ ਸਾਰਿਆਂ ਨੂੰ ਪੈਦਾ ਕੀਤਾ, ਇਹਨਾਂ ਤਿੰਨਾਂ ਦੇਵੀ ਦੇਵਤਿਆਂ ਨੂੰ ਵੀ ਪੈਦਾ ਕੀਤਾ, ਪਰ ਤਿੰਨਾਂ ਦੇਵੀ ਦੇਵਤਿਆਂ ਨੇ ਅੱਜ ਤੱਕ ਰੱਬ ਨੂੰ ਨਹੀਂ ਵੇਖਿਆ, ਇਹ ਨਹੀਂ ਦੇਖ ਸਕਦੇ। ਪਰ ਮਨੁੱਖ ਜਿਸ ਨੇ ਧਰਤੀ ਤੇ ਜਨਮ ਲਿਆ ਉਹ ਦੇਖ ਸਕਦਾ ਹੈ, ਕਿਉਂਕਿ ਮਨੁੱਖ ਦੇ ਕੋਲ ਇਹਨਾਂ ਤੋਂ ਵੱਧ ਤਾਕਤ ਹੈ, ਇਹਨਾਂ ਸ਼ਕਤੀਆਂ ਤੋਂ ਵੱਧ ਤਾਕਤ ਹੈ।
ਪਰ ਪਤਾ ਉਦੋਂ ਲੱਗੇਗਾ ਜਦੋਂ ਇਹ ਉਸ ਤਾਕਤ ਨੂੰ ਅਨੁਭਵ ਕਰਨਗੇ, ਉਸ ਤਾਕਤ ਨੂੰ ਪ੍ਰਾਪਤ ਕਰਨਗੇ। ਹੁਣ ਜੇ ਅਸੀਂ ਇਹ ਸੁਣ ਲਿਆ ਤੇ ਅੱਗੇ ਕੋਈ ਮੰਦਰ ਆ ਗਿਆ, ਸੀ ਕਹਿਣਾ ਲੈ ਸਾਡੇ ਕੋਲ ਤੇ ਤਾਕਤ ਬੜੀ ਵੱਧ ਆ, ਇਹ ਹੋਏਗਾ ਠੀਕ ਹੈ ਤਾਂ ਮੰਦਰ ਜੇ ਬਣਿਆ ਸਾਡਾ ਵੀ ਬਣਨਾ ਚਾਹੀਦਾ। ਅਜੇ ਭਲਿਆ ਅਜੇ ਤੇ ਤੂੰ ਖੁਦ ਭੀਖ ਮੰਗਦਾ ਪਿਆ, ਕਦੀ ਕਿਸੇ ਵਿਕਾਰ ਦੇ ਅੱਗੇ ਖੜ ਕੇ ਗੁਲਾਮ ਬਣ ਜਾਂਦਾ, ਕਦੀ ਕਿਸੇ ਵਿਕਾਰ ਦੇ ਅੱਗੇ। ਅਜੇ ਤੂੰ ਗੁਰੂ ਵਾਲੀ ਖੇਡ ਨੂੰ ਅਜੇ ਮਾਣਿਆ ਨਹੀਂ, ਅਜੇ ਰੰਗ ਤੂੰ ਆਪਣੇ ਅੰਦਰ ਸੁਰਜੀਤ ਨਹੀਂ ਕੀਤਾ। ਜਦੋਂ ਤੇਰੇ ਅੰਦਰ ਉਹ ਬਖਸ਼ਿਸ਼ ਵਰਤ ਗਈ, ਫਿਰ ਤੇਰੇ ਹਿਰਦੇ ਵਿੱਚ ਸਾਰਿਆਂ ਦੇ ਪ੍ਰਤੀ ਸਤਿਕਾਰ ਪੈਦਾ ਹੋ ਜਾਣਾ। ਤੂੰ ਫਿਰ ਭੰਡੇਗਾ ਨਹੀਂ ਕਿਸੇ ਨੂੰ। ਫਿਰ ਤੈਨੂੰ ਪਤਾ ਲੱਗ ਜਾਣਾ ਇਹ ਸ਼ਕਤੀਆਂ ਐਗਜ਼ਿਸਟ ਕਰਦੀਆਂ ਨੇ। ਹਾਂ, ਇਹਨਾਂ ਦਾ ਸਾਡੇ ਨਾਲ ਵਾਹ ਵਾਸਤਾ ਕੋਈ ਨਹੀਂ, ਵਾਹ ਵਾਸਤਾ ਕੋਈ ਨਹੀਂ। ਇਸ ਕਰਕੇ ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਬੜੀ ਅਸਚਰਜ ਗੱਲ ਹੈ। ਤਿੰਨਾਂ ਦੇਵੀ ਦੇਵਤਿਆਂ ਨੂੰ ਦਿਸਦਾ ਹੀ ਨਹੀਂ ਰੱਬ, ਤੇ ਜੋ ਸ੍ਰਿਸ਼ਟੀ ਵਿੱਚ ਪੈਦਾ ਕੀਤੇ ਸਾਰੇ ਮਨੁੱਖ ਨੇ ਇਹਨਾਂ ਨੂੰ ਵੀ ਨਹੀਂ ਦਿਸਦਾ। ਗੁਰੂ ਵਾਲੇ ਹੋ ਕੇ ਬੰਦਗੀ ਕਰਨ ਫੇਰ ਤਾਂ ਦਿਸ ਪਏਗਾ। ਕਹਿਣ ਲੱਗੇ ਬਹੁਤ ਵੱਡਾ ਵਿਡਾਣ ਹੈ, ਬੜਾ ਅਸਚਰਜ ਹੈ, ਇਹ ਕੌਤਕ ਹੈ ਰੱਬ ਦਾ। ਜੇਕਰ ਕਿਸੇ ਨੇ ਰੱਬ ਨੂੰ ਦੇਖਣਾ ਹੈ ਤੇ ਪਹਿਲਾਂ ਆਪਣੇ ਅੰਦਰ ਦੇਖਣਾ ਪਏਗਾ। ਜੇ ਰੱਬ ਨੂੰ ਦੇਖਣਾ ਹੈ ਤੇ ਆਪਣੇ ਅੰਦਰ ਖਿਆਲਾਂ ਦੇ ਵਿੱਚ ਡੂੰਘਾ ਉਤਰਨਾ ਪਏਗਾ। ਆਪ ਜੀ ਹੁਣੇ ਕਰਕੇ ਦੇਖੋ, ਨੇਤਰ ਮੂੰਦ ਕੇ ਜੋ ਬਾਹਰ ਸ਼ਕਤੀ ਡਿੱਗਦੀ ਪਈ ਅੱਖਾਂ ਦੇ ਰਾਹੀਂ ਬਾਹਰ, ਆਪ ਜੀ ਅੰਤਰਮੁਖੀ ਕਰੋ, ਆਪਣੇ ਅੰਦਰ ਦੇ ਖਿਆਲਾਤਾਂ ਨੂੰ ਦੇਖੋ। ਅੰਦਰ ਦੇ ਖਿਆਲਾਤਾਂ ਨੂੰ ਦੇਖਦੇ ਹੋਏ ਆਪ ਜੀ ਸਿਰਫ 5 ਪੌੜੀਆਂ ਸ਼੍ਰੀ ਜਪਜੀ ਸਾਹਿਬ ਦੀਆਂ ਕਰੋ। ਆਪ ਜੀ ਕਲਪ ਜਾਓਗੇ, ਆਪ ਜੀ ਤੜਫ ਉੱਠੋਗੇ ਕਿ ਸਾਡੇ ਕੋਲ 5 ਜਪਜੀ ਸਾਹਿਬ ਦੀਆਂ ਪੌੜੀਆਂ ਨਹੀਂ ਹੋ ਰਹੀਆਂ। ਸਾਡਾ ਧਿਆਨ 1 ਸੈਕਿੰਡ, 1 ਮਿਲੀ ਸੈਕਿੰਡ ਲਈ ਵੀ ਟਿਕਦਾ ਨਹੀਂ ਪਿਆ, 1 ਮਾਈਕਰੋ ਸੈਕਿੰਡ ਲਈ ਵੀ ਟਿਕਦਾ ਨਹੀਂ ਪਿਆ। ਕਿਉਂ ਨਹੀਂ ਟਿਕਦਾ ਪਿਆ? ਕਿਉਂਕਿ ਅਭਿਆਸ ਹੀ ਕੋਈ ਨਹੀਂ ਕੀਤਾ ਜੀ। ਹਾਂਜੀ, ਅਭਿਆਸ ਹੀ ਕੋਈ ਨਹੀਂ ਕੀਤਾ। ਜਿਹੜੀ ਬੱਚੀ ਨੇ ਕਦੀ ਪ੍ਰਸ਼ਾਦਾ ਬਣਾਇਆ ਹੀ ਨਹੀਂ, ਉਹ ਬੱਚੀ ਹੁਣ ਪ੍ਰਸ਼ਾਦਾ ਬਣਾਏਗੀ ਤੇ ਵਿੰਗਾ ਟੇਢਾ ਬਣੇਗਾ ਪ੍ਰਸ਼ਾਦਾ। ਤੇ ਮਾਵਾਂ ਕਿਤੇ ਇਹ ਥੋੜ੍ਹਾ ਕਹਿ ਦਿੰਦੀਆਂ ਕਿ ਤੇਰਾ ਪ੍ਰਸ਼ਾਦਾ ਵਿੰਗਾ ਟੇਢਾ ਕੱਚਾ ਪੱਕਾ ਬਣਾਇਆ ਹੀ। ਮਾਵਾਂ ਨੂੰ ਪਤਾ ਹੈ ਕਿ ਕੋਈ ਗੱਲ ਨਹੀਂ ਪੁੱਤ, ਤੂੰ ਬਣਾ, ਤੂੰ ਫੇਰ ਬਣਾ, ਤੂੰ ਫੇਰ ਬਣਾ। ਜਿੰਨਾ ਚਿਰ ਅਭਿਆਸ ਨਹੀਂ, ਜਿੰਨਾ ਚਿਰ ਸੁਰਤ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਨਹੀਂ ਨਾ ਹੋ ਰਿਹਾ, ਸਮਝ ਲਓ ਅਜੇ ਖੇਡ ਨਹੀਂ ਬਣੀ। ਬਾਬਾ ਠਾਕੁਰ ਸਿੰਘ ਜੀ ਇੱਥੋਂ ਤੱਕ ਬਚਨ ਕਰਦੇ ਸਨ ਕਿ ਜੇਕਰ ਕੋਈ ਗੱਲਾਂ ਕਰਦਾ ਪਿਆ ਕਿਸੇ ਦੇ ਨਾਲ ਤੇ ਜੇ ਅੰਦਰ ਜਪਜੀ ਸਾਹਿਬ ਅੰਤਰਮੁਖੀ ਨਹੀਂ ਸੁਣ ਰਿਹਾ, ਸਮਝ ਲਓ ਅਜੇ ਇਸ ਸਿੱਖ ਨੇ ਇੱਕ ਪੈਰ ਵੀ ਨਹੀਂ ਪੁੱਟਿਆ। ਗੱਲਾਂ ਹੋ ਰਹੀਆਂ ਨੇ, ਆਸੇ ਪਾਸੇ ਰੌਲਾ ਪਿਆ ਹੋਇਆ ਤਾਂ ਵੀ ਨਹੀਂ। ਇੱਥੇ ਤਾਂ ਅਸੀਂ ਚੰਗੇ ਭਲੇ ਇਕੱਲੇ ਬੈਠੇ ਹੁੰਦੇ ਹਾਂ ਤੇ ਤਾਂ ਵੀ ਪਾਠ ਨਹੀਂ ਹੁੰਦਾ। ਮਿਰਜ਼ਾ ਗਾਲਿਬ ਕਹਿੰਦਾ ਮੈਨੂੰ ਸੰਸਾਰ 'ਚ ਕਦੀ ਕੋਈ ਬੰਦਾ ਇਕੱਲਾ ਦਿਸਿਆ ਹੀ ਨਹੀਂ। ਕਿਉਂ? ਤੈਨੂੰ ਕਿਉਂ ਨਹੀਂ ਦਿਸਿਆ? ਮਿਰਜ਼ਾ ਗਾਲਿਬ ਕਹਿਣ ਲੱਗਾ 90,000 ਬੰਦੇ ਰੋਜ਼ ਇੱਕ ਬੰਦੇ ਦੇ ਨਾਲ ਰਹਿੰਦੇ ਨੇ। 90,000 ਬੰਦੇ ਹੈ, 90,000 ਬੰਦੇ, ਤੇ ਇਹ 90,000 ਬੰਦਿਆਂ ਦੇ ਨਾਲ ਗੱਲਾਂ ਕਰਦਾ ਹੈ ਬੰਦਾ। ਤੇ ਸੁਣਨ ਵਿੱਚ ਅਜੀਬ ਲੱਗਦਾ ਹੈ ਕਿ 90,000 ਬੰਦਿਆਂ ਨਾਲ ਬੰਦਾ ਗੱਲਾਂ ਕਰਦਾ। ਇਹ ਤਾਂ ਕੋਈ ਟਾਈਮ ਹੀ ਨਹੀਂ ਗੁਰੂ ਨਾਲ ਗੱਲ ਕਰਨ ਦਾ। ਫਿਰ ਬਾਅਦ ਵਿੱਚ ਪਤਾ ਲੱਗਾ, ਅੱਜ ਸਾਇੰਸ ਕਹਿੰਦੀ ਹੈ ਕਿ 90,000 ਖਿਆਲ ਬੰਦੇ ਨੂੰ ਹਰ ਰੋਜ਼ ਆਉਂਦੇ ਨੇ। ਬੰਦੇ ਕੋਲ ਤੇ ਆਪਣੇ ਆਪ ਵਾਸਤੇ ਸਮਾਂ ਨਹੀਂ, ਗੁਰੂ ਵਾਸਤੇ ਕੀ ਸਮਾਂ ਹੋਣਾ। ਅੰਤਰਮੁਖੀ ਅਭਿਆਸ ਬਹੁਤ ਜ਼ਰੂਰੀ ਹੈ। ਅੰਤਰਮੁਖੀ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਕਿਹਾ ਕਰਦੇ ਸਨ, ਜੇਕਰ ਕੋਈ 1000 ਪਾਠ ਜਪਜੀ ਸਾਹਿਬ ਦਾ ਕਰੇਗਾ ਤੇ ਫਿਰ ਅੰਤਰਮੁਖੀ ਜਾਏਗਾ, ਫਿਰ ਕਿਤੇ ਇੱਕ ਓੰਕਾਰ ਸਤਨਾਮ ਵਿੱਚ ਹਲਕਾ ਜਿਹਾ ਧਿਆਨ ਜੁੜੇਗਾ। ਕਿੰਨਾ ਕੁ ਮਹਾਂਪੁਰਸ਼ੋ? ਜਿਵੇਂ ਲੱਖ ਹਿੱਸੇ ਦੇ ਵਿੱਚੋਂ 0.5%। ਅੱਛਾ ਜੀ, ਇੰਨਾ ਹੀ? ਮਹਾਂਪੁਰਸ਼ੋ ਫਿਰ ਸਾਰਾ ਕਿਵੇਂ ਧਿਆਨ ਜੁੜੇਗਾ?
ਤੇ ਬਾਬਾ ਜੀ ਨੇ ਆਖਿਆ ਧਿਆਨ ਉਸ ਵੇਲੇ ਜੁੜੇਗਾ ਜਦੋਂ ਬੰਦਾ ਧਿਆਨ ਜੋੜਨ ਵਾਸਤੇ ਸਮਾਂ ਕੱਢੇਗਾ, ਆਪਣੇ ਆਪ ਨਾਲ ਬੈਠੇਗਾ। ਪਹਿਲਾਂ ਰਸਨਾ ਤੋਂ ਅਭਿਆਸ ਕਰੇ, ਫਿਰ ਕੰਨਾਂ ਨਾਲ ਸੁਣਨ ਦਾ ਅਭਿਆਸ ਕਰੇ, ਫਿਰ ਨੇਤਰਾਂ ਦੇ ਨਾਲ ਦੇਖਣ ਦਾ ਅਭਿਆਸ ਕਰੇ, ਤੇ ਫਿਰ ਪਰਤ ਕੇ ਸਾਧੂਆਂ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਕਰੇ ਤਾਂ ਜੋ ਉਹਨਾਂ ਦੀ ਨਜ਼ਰੇ ਇਨਾਇਤ ਹੋਵੇ। ਫਿਰ ਅੰਤਰਮੁਖੀ ਅਭਿਆਸ ਕਰੇ। ਸਾਰੀ ਗੱਲ ਅਖੀਰ ਤੇ ਸਾਡੀ ਟਿਕ ਜਾਂਦੀ ਹੈ ਅਭਿਆਸ ਤੇ, ਅਭਿਆਸ ਤੇ ਟਿਕ ਜਾਂਦੀ ਹੈ ਜੀ। ਹੁਣ ਕੋਈ ਸ਼ਸਤਰ ਚਲਾ ਰਿਹਾ, ਸ਼ਸਤਰ ਚਲਾ ਰਿਹਾ ਤੇ ਅਸੀਂ ਕਹਾਂਗੇ ਦੇਖੋ ਜੀ ਇਹਨੇ 7-8 ਸਾਲ ਸਿੱਖਿਆ ਤੇ ਵੇਖੋ ਸ਼ਸਤਰ ਕਿੰਨਾ ਸੋਹਣਾ ਚਲਾਇਆ, ਤੇ ਉਸੇ ਵੇਲੇ ਫਿਰ ਦੂਜਾ ਬੰਦਾ ਇਹ ਕਹਿ ਸਕਦਾ ਹੈ ਕਿ ਭਾਈ ਤੂੰ ਸ਼ਸਤਰ ਵਿੱਦਿਆ ਦਾ ਅਭਿਆਸ ਬੜਾ ਕੀਤਾ ਤੇ ਤੂੰ ਪਾਠ ਵੀ ਇਸੇ ਤਰ੍ਹਾਂ ਹੀ ਕਰਦਾ ਜਿੰਨੀ ਸੰਜੀਦਗੀ ਨਾਲ ਸ਼ਸਤਰ ਵਿੱਦਿਆ ਚਲਾਈ, ਸ਼ਸਤਰ ਵਿੱਦਿਆ ਦਾ ਅਭਿਆਸ ਤੂੰ ਸਾਨੂੰ ਦਿਖਾਇਆ। ਅਗਲਾ ਕਹੇਗਾ ਜੀ ਮੇਰਾ ਅਭਿਆਸ ਇਕੱਲਾ ਸ਼ਸਤਰ ਵਿੱਦਿਆ ਦਾ ਹੈ, ਸ਼ਾਸਤਰ ਵਿੱਦਿਆ ਦਾ ਨਹੀਂ ਹੈ। ਇਹਦਾ ਅਰਥ ਇਹ ਹੈ ਸਿਰਫ ਅਭਿਆਸ ਦੀ ਕਮੀ ਹੈ, ਸਾਡੇ ਅੰਦਰ ਦ੍ਰਿੜਤਾ ਦੀ ਕਮੀ ਹੈ, ਤੇ ਹੁੰਦੀ ਉਹਦੀ ਬਖਸ਼ਿਸ਼, ਅਭਿਆਸ ਵੀ ਉਹਦੀ ਬਖਸ਼ਿਸ਼ ਦੇ ਨਾਲ ਹੋਏਗਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਰਮੇਸ਼ਵਰ ਨੂੰ ਨਮਸਕਾਰ ਹੈ। ਹੁਣ ਇੱਥੇ ਜੋ ਸ਼ਬਦ ਆਦੇਸ਼ ਹੈ ਨਾ ਜੀ, ਆਦੇਸ਼ ਤਿਸੈ ਆਦੇਸ਼, ਇਸ ਦਾ ਅਰਥ ਸਿਰਫ ਬੋਲਣ ਜਾਂ ਸੁਣਨ ਮਾਤਰ ਨਹੀਂ, ਇਸ ਦਾ ਅਰਥ ਹੈ ਕਿ ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਦੇ ਵਿੱਚ ਲੀਨ ਕਰਕੇ ਤੇ ਫਿਰ ਇਹ ਸ਼ਬਦ ਕਹਿਣੇ ਕਿ ਦਾਤਾ ਜੀ ਹੁਣ ਤੈਨੂੰ ਨਮਸਕਾਰ ਕਰ ਦਿੱਤੀ ਹੈ। ਹੁਣ ਨਮਸਕਾਰ ਤੋਂ ਬਾਅਦ ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦਾ। ਇੱਥੇ ਆਦੇਸ਼ ਦਾ ਅਰਥ ਇਹ ਬਣਦਾ ਹੈ, ਆਦੇਸ਼ ਤਿਸੈ ਆਦੇਸ਼, ਉਸ ਪਰਮੇਸ਼ਵਰ ਨੂੰ ਨਮਸਕਾਰ। ਕਿਸ ਪਰਮੇਸ਼ਵਰ ਨੂੰ? ਆਦ ਜੋ ਮੁੱਢ ਤੋਂ ਸੀ, ਅਨੀਲ ਦਾਗ ਤੋਂ ਰਹਿਤ ਹੈ, ਅਨਾਦ ਜਿਸ ਦਾ ਆਦ ਅੰਤ ਕਿਸੇ ਨੇ ਨਹੀਂ ਪਾਇਆ, ਅਨਾਹਤ ਜਿਸ ਦੀ ਹੱਤਿਆ ਨਹੀਂ ਹੋ ਸਕਦੀ, ਜੋ ਪਰਮੇਸ਼ਵਰ ਨਾਸ਼ ਨਹੀਂ ਹੋ ਸਕਦਾ। ਤੇ ਯਾਦ ਰੱਖੀ ਤੇਰੀ ਆਤਮਾ ਦੇ ਵੀ ਮੂਲ ਗੁਣ ਇਹੀ ਨੇ, ਜੁਗ ਜੁਗ ਏਕੋ ਵੇਸ। ਉਹ ਪਰਮੇਸ਼ਵਰ ਹਰ ਯੁੱਗ ਵਿੱਚ ਤੇਰੀ ਹਰ ਇੱਕ ਪਰਿਸਥਿਤੀ ਦੇ ਵਿੱਚ ਭਾਵੇਂ ਤੇਰਾ ਜੀਵਨ ਮਲੀਨ ਹੋ ਜਾਏ ਤਾਂ ਵੀ ਪਰਮੇਸ਼ਵਰ ਇੱਕੋ ਵੇਸ ਵਿੱਚ ਰਹਿੰਦਾ ਹੈ। ਕਿਹੜੇ ਵੇਸ ਵਿੱਚ? ਪ੍ਰਕਾਸ਼ ਸਵਰੂਪ, ਜੋਤ ਸਵਰੂਪ, ਦਿਆਲੂ ਕਿਰਪਾਲੂ ਸਵਰੂਪ, ਬਖਸ਼ਣਹਾਰ ਸਵਰੂਪ। ਉਹ ਪਰਮੇਸ਼ਵਰ ਹਰ ਵੇਲੇ ਹਰ ਸਾਹ ਦੇ ਵਿੱਚ ਇੱਕੋ ਵੇਸ ਵਿੱਚ ਰਹਿੰਦਾ ਹੈ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਆਸਣ, ਆਸਣ ਕਹੀਏ ਜੀ ਟਿਕਾਣਾ, ਤੇ ਆਸਣ ਦਾ ਅਰਥ ਹੈ ਐਸੀ ਥਾਂ ਦੇ ਉੱਤੇ ਪਰਪੱਕ ਹੋ ਜਾਣਾ ਜਿਸ ਥਾਂ ਨੂੰ ਬਾਅਦ ਵਿੱਚ ਤੋੜਿਆ ਨਾ ਜਾ ਸਕੇ, ਮਰੋੜਿਆ ਨਾ ਜਾ ਸਕੇ, ਜਿਸ ਥਾਂ ਨੂੰ ਤਬਦੀਲ ਨਾ ਕੀਤਾ ਜਾ ਸਕੇ, ਉਸ ਨੂੰ ਕਹਿੰਦੇ ਨੇ ਆਸਣ। ਆਸਣ ਲੋਏ ਲੋਏ ਭੰਡਾਰ, ਇਸ ਨੂੰ ਲੋਏ ਲੋਏ ਨਹੀਂ ਕਹਿਣਾ, ਇਸ ਨੂੰ ਕਹਾਂਗੇ ਆਸਣ ਲੋਏ ਲੋਏ ਭੰਡਾਰ। ਮੇਰੇ ਪਰਮੇਸ਼ਵਰ ਵਾਹਿਗੁਰੂ ਜੀ ਨੇ ਹਰ ਇੱਕ ਲੋਕ ਦੇ ਵਿੱਚ ਹਰ ਇੱਕ ਚੀਜ਼ ਪੈਦਾ ਕੀਤੀ, ਉਹਦੇ ਵਿੱਚ ਆਪ ਸਮਾ ਗਏ ਜੀ। ਹਰ ਇੱਕ ਭਵਨ ਦੇ ਵਿੱਚ ਪਰਮਾਤਮਾ ਜੀ ਨੇ ਜੋ ਵੀ ਸਿਰਜਿਆ ਉਹਦੇ ਵਿੱਚ ਆਪ ਪ੍ਰਕਾਸ਼ਮਾਨ, ਆਪ ਜੋਤ ਸਵਰੂਪ ਸ਼ਕਤੀ ਦੇ ਨਾਲ ਬਿਰਾਜਮਾਨ ਹੋ ਗਏ। ਜੋ ਕੁਛ ਪਾਇਆ ਸੋ ਏਕਾ ਵਾਰ। ਪਰਮੇਸ਼ਵਰ ਜੀ ਨੇ ਇੱਕੋ ਵਾਰ ਦੇ ਵਿੱਚ ਹੀ ਸਾਰਿਆਂ ਨੂੰ ਭੰਡਾਰੇ ਦੇ ਦਿੱਤੇ ਜੀ। ਪ੍ਰਕਾਸ਼ ਦੇ ਭੰਡਾਰੇ ਵੀ ਦੇ ਦਿੱਤੇ, ਰੂਹਾਨੀ ਜੀਵਨ ਦੇ ਭੰਡਾਰੇ ਵੀ ਦੇ ਦਿੱਤੇ, ਤੇ ਸੰਸਾਰ ਦੇ ਭੰਡਾਰੇ ਵੀ ਦੇ ਦਿੱਤੇ। ਸੱਚੇ ਪਾਤਸ਼ਾਹ ਮੈਂ ਤੇ ਪੜ੍ਹਿਆ ਲਿਖਿਆ ਬਹੁਤ ਹਾਂ ਤੇ ਤੂੰ ਕੱਲਾ ਮੈਨੂੰ ਹੀ ਦੇ। ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ। ਕਹਿਣ ਲੱਗੇ ਤੂੰ ਆਪਣੀ ਸੁਰਤ ਨੂੰ ਕਾਹਨੂੰ ਡੁਲਾਉਣਾ, ਸੁੰਦਰ ਸ੍ਰੀ ਪਦਮਾਪਤ ਲੈ।
ਇਸ ਕਰਕੇ ਇਹ ਮਨਾ, ਉਹ ਮੇਰਾ ਪ੍ਰਮਾਤਮਾ ਕਦੀ ਵੀ ਕਾਣੀ ਵੰਡ ਨਹੀਂ ਕਰਦਾ। ਉਹਨੇ ਸਾਰਿਆਂ ਨੂੰ ਬਰਾਬਰ ਦਾ ਦਿੱਤਾ ਹੈ। ਤੇ ਜੇਕਰ ਬਰਾਬਰ ਦਾ ਦਿੱਤਾ ਹੈ, ਹੁਣ ਤੂੰ ਕਹੇਗਾ ਕਿ ਕੋਈ ਮਹਾਂਪੁਰਖ ਹੈ। ਉਹ ਮਹਾਂਪੁਰਖ ਕਿਉਂ ਹੈ? ਕਿਉਂਕਿ ਉਹਦੇ ਕੋਲ ਸ਼ਕਤੀ ਹੈ ਸੁਰਤ ਦੀ। ਤੇਰੇ ਕੋਲ ਵੀ ਸ਼ਕਤੀ ਹੈ ਸੁਰਤ ਦੀ। ਜੇ ਮਹਾਂਪੁਰਖ ਹੈ, ਮਹਾਂਪੁਰਖ ਨੇ ਹੱਥ ਦੇ ਵਿੱਚ ਬੀਜ ਫੜ ਕੇ ਧਰਤੀ ਦੇ ਵਿੱਚ ਬੀਜ ਛੱਡਿਆ, ਉਹਦੇ ਵਿੱਚੋਂ ਇੱਕ ਬ੍ਰਿਕਸ਼ ਦਾ ਜਨਮ ਹੋਇਆ। ਤੂੰ ਆਪਣੇ ਹੱਥ ਵਿੱਚ ਬੀਜ ਫੜ ਕੇ ਬੈਠਾ ਹੋਇਆ, ਪਤਾ ਨਹੀਂ ਕੀ ਸੋਚੀ ਜਾਂਦਾ। ਇੰਨੇ ਚਿਰ ਨੂੰ ਮੌਤ ਆ ਜਾਂਦੀ ਹੈ, ਮੌਤ ਦਾ ਡੰਕਾ ਵੱਜ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਸ੍ਰਿਸ਼ਟੀ ਦੇ ਵਿੱਚ ਰੱਬ ਨੇ ਸਾਰਿਆਂ ਨੂੰ ਦਿੱਤਾ, ਇੱਕੋ ਵਾਰੀ ਹੀ ਦੇ ਦਿੱਤਾ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਪਰਮੇਸ਼ਵਰ ਜੀ ਨੇ ਸਾਰਿਆਂ ਨੂੰ ਸਿਰਜਿਆ। ਹੁਣ ਸਾਰਿਆਂ ਨੂੰ ਸਿਰਜਣ ਤੋਂ ਬਾਅਦ ਸਾਰਿਆਂ ਵਿੱਚ ਬੈਠ ਗਏ। ਸਾਰਿਆਂ ਦੇ ਵਿੱਚ ਬੈਠ ਕੇ ਵੇਖੈ ਸਿਰਜਣਹਾਰ, ਉਹ ਸਾਰਿਆਂ ਨੂੰ ਵਾਹਿਗੁਰੂ ਜੀ ਦੇਖ ਰਹੇ ਹਨ। ਤੇ ਜੇ ਪਰਮੇਸ਼ਵਰ ਸਾਰਿਆਂ ਨੂੰ ਦੇਖ ਰਿਹਾ ਤੇ ਫਿਰ ਦੱਸੋ ਬੰਦਾ ਮਾੜਾ ਕਰਮ ਕਿਹੜੇ ਵੇਲੇ ਕਰੇਗਾ? ਮਾੜਾ ਖਿਆਲ ਕਿਵੇਂ ਲਿਆ ਸਕਦਾ ਹੈ? ਨਾਨਕ, ਇੱਥੇ ਥੋੜਾ ਜਿਹਾ ਰੁਕਾਂਗੇ। ਨਾਨਕ ਸੱਚੇ ਕੀ ਸਾਚੀ ਕਾਰ। ਇਹ ਮੇਰੇ ਪਰਮੇਸ਼ਵਰ ਦਾ ਜਿਹੜਾ ਕੰਮ ਹੈ, ਆਲੇ ਦਰਜੇ ਦਾ ਸੱਚਾ ਹੈ, ਸੁੱਚਾ ਹੈ, ਕਿ ਪਰਮਾਤਮਾ ਆਪ ਸਾਰੀ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਕੇ ਬੈਠਾ ਹੈ। ਦੇਖੋ ਅਸੀਂ ਨਾ ਇਹਨਾਂ ਸ਼ਬਦਾਂ ਨੂੰ ਐਂ ਕਹਿ ਦਿੰਦੇ ਹਾਂ ਕਈ ਵਾਰ, ਨਾਨਕ ਸੱਚੇ ਕੀ ਸਾਚੀ ਕਾਰ। ਸੱਸੇ ਉੱਤੇ ਅਧਕ ਪਏਗਾ। ਨਾਨਕ ਸੱਚੇ ਕੀ, ਸੱਸੇ ਤੇ ਅਧਕ, ਸੱਚੇ ਕੀ ਸਾਚੀ ਕਾਰ। ਇਹ ਮੇਰੇ ਪਰਮੇਸ਼ਵਰ ਦੀ ਸਾਂਭ ਸੰਭਾਲ ਦੀ ਪ੍ਰਕਿਰਿਆ ਹੈ, ਜੋ ਨਿਰੰਤਰਤਾ ਦੇ ਨਾਲ ਚੱਲਦੀ ਪਈ ਹੈ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਸ ਪਰਮੇਸ਼ਵਰ ਜੀ ਨੂੰ ਸਾਡੀ ਨਮਸਕਾਰ ਹੈ, ਬਾਰ ਬਾਰ ਨਮਸਕਾਰ ਹੈ, ਜੋ ਪਰਮੇਸ਼ਵਰ ਮੁੱਢ ਤੋਂ ਹੈ, ਪਵਿੱਤਰ ਹੈ, ਜਿਸ ਪਰਮੇਸ਼ਵਰ ਦਾ ਆਰੰਭ ਨਹੀਂ ਸ਼ੁਰੂ ਹੋਇਆ, ਆਰੰਭ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ, ਤੇ ਸਾਰੇ ਯੁਗਾਂ ਦੇ ਵਿੱਚ ਉਹ ਪ੍ਰਕਾਸ਼ ਸਰੂਪ, ਜੋਤ ਸਰੂਪ, ਪਵਿੱਤਰ ਸਰੂਪ ਹੈ। ਇਸ ਕਰਕੇ ਐਸੇ ਪਰਮੇਸ਼ਵਰ ਨੂੰ ਸਾਡੀ ਨਮਸਕਾਰ ਹੈ। ਸੱਚੇ ਪਾਤਸ਼ਾਹ ਜੀ ਦੀ ਹੁਣ ਅਸੀਂ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕੀਤੀ ਜੀ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਵਾਕਿਆ ਆਪ ਜੀ ਨਾਲ ਸਾਂਝਾ ਕਰਕੇ ਦਾਸ ਖਿਮਾ ਦਾ ਜਾਚਕ ਹੋਏਗਾ ਜੀ। ਬਾਬਾ ਫਰੀਦ ਸਾਹਿਬ ਜੀ ਨੂੰ ਕਿਸੇ ਰਾਜੇ ਨੇ ਆ ਕੇ ਬੇਨਤੀ ਕੀਤੀ ਕਿ ਤੁਹਾਡੇ ਤੇ ਬੜੀ ਕਿਰਪਾ ਹੋਈ, ਮੇਰੇ ਤੇ ਵੀ ਕਰ ਦਿਓ। ਅਸੀਂ ਵੀ ਇੰਝ ਹੀ ਕਹਿ ਦਿੰਦੇ ਹਾਂ ਨਾ ਜੀ, ਸਾਡੇ ਤੇ ਵੀ ਕਰ ਦਿਓ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਕਿ ਜਦੋਂ ਇਸ਼ਨਾਨ ਕਰਨ ਜਾਵਾਂਗਾ, ਕਿਰਪਾ ਉਸ ਵੇਲੇ ਤੇਰੇ ਤੇ ਕਰਾਂਗੇ। ਰਾਜਾ ਬੜਾ ਖੁਸ਼। ਚਲੋ ਫਕੀਰ ਹੁਣ ਖੁਸ਼ੀ ਵਿੱਚ ਨੇ ਤੇ ਇਹਨਾਂ ਨੇ ਕਿਰਪਾ ਕਰ ਹੀ ਦੇਣੀ ਹੈ। ਬਾਬਾ ਫਰੀਦ ਸਾਹਿਬ ਜੀ ਜਿਸ ਵੇਲੇ ਇਸ਼ਨਾਨ ਕਰਨ ਲੱਗੇ ਤੇ ਨਾਲ ਹੀ ਉਸ ਰਾਜੇ ਨੂੰ ਆਖਿਆ, ਆ ਜਾ ਸੱਜਣਾ, ਤੇਰੇ ਤੇ ਕਿਰਪਾ ਕਰੀਏ। ਰਾਜਾ ਖੁਸ਼ੀ ਖੁਸ਼ੀ ਨਾਲ ਦੌੜਿਆ ਆਇਆ। ਜਦੋਂ ਕੋਲ ਆਇਆ, ਬਾਬਾ ਫਰੀਦ ਸਾਹਿਬ ਜੀ ਨੇ ਧੌਣ ਤੋਂ ਫੜਿਆ, ਗਰਦਨ ਤੋਂ ਫੜਿਆ, ਨਾਲ ਹੀ ਇਹਨੂੰ ਪਾਣੀ ਦੇ ਵਿੱਚ ਨੂੰ ਡੋਬ ਕੇ ਉੱਤੇ ਬਾਬਾ ਫਰੀਦ ਸਾਹਿਬ ਜੀ ਆਪ ਬਹਿ ਗਏ। ਹੁਣ ਬਾਬਾ ਫਰੀਦ ਸਾਹਿਬ ਜੀ ਦਾ ਜੋ ਸਰੀਰ ਹੈ ਨਾ ਜੀ, ਪੁਰਾਤਨ ਸਰੋਤਾਂ ਵਿੱਚ ਮਿਲਦਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਦਾ ਸਰੀਰ ਤਗੜਾ ਸੀ, ਥੋੜਾ ਜਿਹਾ ਵਜਨੀ ਸੀ, ਤੇ ਜਿਹੜਾ ਰਾਜਾ ਸੀ ਉਹਦਾ ਸਰੀਰ ਥੋੜਾ ਜਿਹਾ ਹਲਕਾ ਸੀ। ਤੇ ਰਾਜੇ ਨੇ ਮਹਿਸੂਸ ਕੀਤਾ ਵੀ ਸ਼ਾਇਦ ਇਹ ਕਿਰਪਾ ਦਾ ਹੀ ਇੱਕ ਸਾਧਨ ਹੋਵੇ, ਕਿਰਪਾ ਹੀ ਵਰਤਾ ਰਹੇ ਆ, ਪਤਾ ਨਹੀਂ ਕੀ ਹੁਣੇ ਪ੍ਰਗਟ ਹੋਏਗਾ। ਬਾਬਾ ਫਰੀਦ ਸਾਹਿਬ ਜੀ ਨੇ ਧੌਣ ਨਹੀਂ ਛੱਡੀ, ਉਹਦੀ ਗਰਦਨ ਨਹੀਂ ਛੱਡੀ। ਉਹ ਰਾਜੇ ਨੇ ਵੇਖਿਆ ਕਿ ਕਿਰਪਾ ਤੇ ਕੀ ਹੋਣੀ ਆ, ਸਾਹ ਹੀ ਰੁਕੀ ਜਾਂਦਾ ਆ, ਵੀ ਇਹ ਫਕੀਰ ਨੂੰ ਕੀ ਹੋ ਗਿਆ। ਉਹਨੇ ਹੱਥ ਪੈਰ ਮਾਰੇ, ਬਾਬਾ ਫਰੀਦ ਸਾਹਿਬ ਜੀ ਛੱਡਣ ਨਾ। ਉਹਨੇ ਫਿਰ ਹਾਲ ਪਾਹਰਿਆ ਕੀਤਾ, ਬੋਲਿਆ ਨਾ ਜਾਵੇ, ਮੂੰਹ 'ਚ ਪਾਣੀ ਆਵੇ ਜੀ। ਫਿਰ ਅਖੀਰ ਤੇ ਜਦੋਂ
ਉਹਦਾ ਸਾਹ ਅਸਲੋਂ ਹੀ ਰੁਕਣ ਲੱਗ ਪਿਆ, ਸਾਹ ਬੰਦ ਹੋਣ ਲੱਗ ਪਿਆ ਤੇ ਇੱਕਦਮ ਝਟਕਾ ਮਾਰ ਕੇ ਤੇ ਦੌੜ ਕੇ ਬਾਹਰ ਨਿਕਲ ਆਇਆ। ਡਿੱਗਦਾ ਢਹਿੰਦਾ ਕਹਿਣ ਲੱਗਾ, ਬਾਬਾ ਤੇਰੇ ਕੋਲ ਤੇ ਕਿਰਪਾ ਲੈਣ ਵਾਸਤੇ ਆਇਆ ਸਾਂ, ਪਤਾ ਨਹੀਂ ਕਿਹੜੀ ਗੱਲ ਦਾ ਤੈਨੂੰ ਗੁੱਸਾ ਲੱਗਾ, ਤੂੰ ਤੇ ਮੈਨੂੰ ਮਾਰ ਹੀ ਘੱਤਣ ਲੱਗਾ ਸੀ, ਤੂੰ ਤੇ ਮੈਨੂੰ ਮਾਰ ਦੇਣਾ ਸੀ। ਤੇ ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਹੱਸ ਪਏ, ਕਹਿਣ ਲੱਗੇ, ਇਹ ਦੱਸ ਜਦੋਂ ਮੈਂ ਤੈਨੂੰ ਫੜ ਕੇ ਪਾਣੀ ਵਿੱਚ ਡੁਬੋਇਆ ਸੀ ਉਸ ਵੇਲੇ ਤੂੰ ਜ਼ੋਰ ਕਿਉਂ ਨਹੀਂ ਲਾਇਆ? ਉਹ ਕਹਿਣ ਲੱਗਾ, ਮੈਂ ਇਸ ਕਰਕੇ ਜ਼ੋਰ ਨਹੀਂ ਲਾਇਆ ਕਿ ਤੂੰ ਮੇਰੇ ਤੇ ਕਿਰਪਾ ਹੀ ਕਰਦਾ ਹੋਏਗਾ। ਜਦੋਂ ਥੋੜਾ ਜਿਹਾ ਤੇਰਾ ਸਾਹ ਘੁੱਟਣ ਲੱਗਾ ਤੂੰ ਫੇਰ ਕਿਉਂ ਨਹੀਂ ਜ਼ੋਰ ਲਾਇਆ? ਅੱਗੋਂ ਕਹਿਣ ਲੱਗਾ, ਮੈਂ ਸੋਚਿਆ ਕਿ ਹੁਣ ਤੂੰ ਆਪੇ ਛੱਡ ਦੇਂਗਾ, ਵੀ ਤੂੰ ਮੈਨੂੰ ਮੈਂ ਦੇਖ ਹੀ ਲਿਆ ਹੋਣਾ ਕਿ ਮੈਂ ਪੈਰ ਮਾਰੇ ਹੱਥ ਮਾਰੇ ਤੇ ਤੂੰ ਛੱਡ ਦੇਂਗਾ, ਤੂੰ ਤਾਂ ਵੀ ਨਹੀਂ ਛੱਡਿਆ। ਫੇਰ ਜਿਸ ਵੇਲੇ ਤੇਰੀ ਅੱਧੀ ਸਾਹ ਸੱਤਿਆ ਖਤਮ ਹੋ ਗਈ ਤੂੰ ਫੇਰ ਪੂਰਾ ਜ਼ੋਰ ਕਿਉਂ ਨਹੀਂ ਲਾਇਆ? ਅੱਗੋਂ ਕਹਿਣ ਲੱਗਾ, ਇਸ ਕਰਕੇ ਕਿ ਹੁਣ ਮੈਂ ਹੱਥ ਪੈਰ ਚੰਗੀ ਤਰ੍ਹਾਂ ਮਾਰੇ ਨੇ, ਹੁਣ ਤੈਨੂੰ ਮੇਰੇ ਤੇ ਤਰਸ ਆ ਹੀ ਜਾਣਾ। ਤੇ ਜਿਸ ਵੇਲੇ ਇਹ ਦੇਖਿਆ ਕਿ ਹੁਣ ਗੱਲ ਨਹੀਂ ਬਣਨੀ, ਫਿਰ ਮੈਂ ਪੂਰੇ ਜ਼ੋਰ ਦੇ ਨਾਲ ਪੂਰੀ ਸ਼ਕਤੀ ਦੇ ਨਾਲ ਝਟਕਾ ਮਾਰ ਕੇ ਤੇ ਮੈਂ ਆਪ ਉਲਾਂਭੇ ਹੋ ਗਿਆ। ਮੈਨੂੰ ਪਤਾ ਲੱਗ ਗਿਆ ਮੈਂ ਕੁਝ ਕਰਾਂਗਾ ਤੇ ਤਾਂ ਹੀ ਬਚਾਂਗਾ, ਇਸ ਬਾਬੇ ਨੇ ਨਹੀਂ ਮੈਨੂੰ ਛੱਡਣਾ, ਇਹਨੇ ਮੈਨੂੰ ਮਾਰ ਹੀ ਦੇਣਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਫਿਰ ਬਚਨ ਕੀਤਾ ਕਿ ਬਸ ਬੰਦੇ ਦੇ ਵਿੱਚ ਇਹੀ ਦੁਖਾਂਤ ਆ ਕਿ ਬੰਦਾ ਸਾਰਾ ਜ਼ੋਰ ਲਾਉਂਦਾ ਹੀ ਨਹੀਂ ਹੈ। ਜਿਵੇਂ ਤੂੰ ਮਹਿਸੂਸ ਕੀਤਾ ਕਿ ਮੈਨੂੰ ਹੀ ਕਰਨਾ ਪੈਣਾ ਆ, ਨਹੀਂ ਤਾਂ ਮੈਂ ਮਰ ਜਾਵਾਂਗਾ, ਤੂੰ ਸਾਰਾ ਜ਼ੋਰ ਲਾਇਆ, ਤੂੰ ਸਾਰੀ ਕੰਸਨਟ੍ਰੇਸ਼ਨ ਤੂੰ ਇੱਕ ਥਾਂ ਤੇ ਇਕੱਠੀ ਕੀਤੀ, ਇਕਾਗਰਤਾ ਇਕੱਠੀ ਕੀਤੀ, ਤੇਰੇ ਸਿਰ ਤੇ ਆਣ ਪਈ, ਮੌਤ ਤੇਰੇ ਸਿਰ ਤੇ ਖੜੀ ਹੋਈ। ਹੁਣ ਆਪਸ਼ਨ ਸਿਰਫ ਇੱਕ ਹੁੰਦਾ ਹੈ, ਜਾਂ ਕਰੋ ਤੇ ਜਾਂ ਮਰੋ। ਤੇ ਹੁਣ ਤੂੰ ਪੂਰਾ ਜ਼ੋਰ ਲਾਇਆ, ਬਸ ਇੰਨਾ ਜ਼ੋਰ ਜਿਸ ਵੇਲੇ ਕੋਈ ਵੀ ਬੰਦਾ ਲਾ ਦੇਵੇ ਨਾ ਕਿ ਰਾਤ ਨੂੰ ਸੌਣ ਲੱਗਾ ਹਾਂ ਤੇ ਅੰਮ੍ਰਿਤ ਵੇਲੇ ਆਪ ਹੀ ਉੱਠਣਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਸੱਜਣਾ ਫਿਰ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਜਦੋਂ ਪਤਾ ਲੱਗਦਾ ਹੈ ਫਲਾਣਾ ਚੜ੍ਹਾਈ ਕਰ ਗਿਆ, ਫਲਾਣਾ ਮਰ ਗਿਆ, ਸੱਜਣਾ ਤੇਰਾ ਵੀ ਨੰਬਰ ਆਇਆ ਖੜਾ, ਸਭ ਕੋਈ ਆਈ ਵਾਰੀ ਹੈ। ਫਿਰ ਬੰਦਾ ਪੂਰਾ ਜ਼ੋਰ ਲਾਉਂਦਾ ਹੈ, ਨਹੀਂ ਤਾਂ ਬੰਦਾ ਸੋਚਦਾ ਇਹੀ ਆ, ਇੱਕ ਪਾਠ ਕਰ ਲਿਆ ਸ਼੍ਰੀ ਜਪਜੀ ਸਾਹਿਬ ਦਾ, ਹੁਣ ਮਹਾਰਾਜ ਕਿਰਪਾ ਕਰੀ ਤੂੰ। ਮਤਲਬ ਇਹ ਕਿ ਜਦੋਂ ਕੋਈ ਬੰਦਾ ਵਿਸ਼ੇ ਵਿਕਾਰ ਭੋਗਦਾ ਉਦੋਂ ਨਹੀਂ ਬੰਦਾ ਕਹਿੰਦਾ ਕਿ ਮਹਾਰਾਜ ਆਊ ਤੇ ਆਪੇ ਵਿਸ਼ੇ ਵਿਕਾਰ ਭੋਗਾਊ। ਨਹੀਂ, ਵਿਸ਼ੇ ਵਿਕਾਰ ਬੰਦੇ ਨੇ ਆਪ ਭੋਗਣਾ ਆ, ਜ਼ੋਰ ਨਾਲ ਭੋਗਣਾ ਆ, ਕੰਮਕਾਰ ਆਪਣੇ ਜ਼ੋਰ ਨਾਲ ਕਰਨਾ ਆ, ਪ੍ਰਸ਼ਾਦਾ ਆਪਣੇ ਜ਼ੋਰ ਨਾਲ ਛਕਣਾ ਆ। ਸਾਰੇ ਕੰਮ ਬੰਦਾ ਪੂਰੀ ਇਕਾਗਰਤਾ ਪੂਰੇ ਧਿਆਨ ਦੇ ਨਾਲ ਕਰਦਾ ਆ। ਸਿਰਫ ਰੱਬ ਦੀ ਭਗਤੀ ਆ ਜਿਹਦੇ ਵਿੱਚ ਬੰਦਾ ਕੀ ਕਰਦਾ, ਹਰ ਸਿਮਰਨ ਕੀ ਬੇਲਾ ਬੱਜਰ ਸਿਰ ਪਰੇ। ਰੱਬ ਦੇ ਨਾਮ ਜਪਣ ਵੇਲੇ ਇੰਨਾ ਆਲਸੀ ਬਣ ਜਾਂਦਾ ਆ, ਇੰਨਾ ਜ਼ਿਆਦਾ ਹੱਡ ਹਰਾਮ ਬਣ ਜਾਂਦਾ ਆ, ਕਹਿੰਦਾ ਭਗਤੀ ਤੇ ਹੁਣ ਸਾਧੂ ਹੀ ਕਰ ਸਕਦੇ ਆ ਜੀ, ਆਪਾਂ ਥੋੜ੍ਹਾ ਕਰ ਸਕਦੇ ਆ। ਤੇ ਸਾਧੂ ਕਹਿੰਦੇ ਨੇ ਕਿ ਜਿਹੜਾ ਬੰਦਾ 8 ਘੰਟੇ ਕੰਮ ਕਰ ਸਕਦਾ ਹੈ ਉਹ ਰੱਬ ਤੱਕ ਪਹੁੰਚ ਸਕਦਾ ਹੈ। ਸੰਸਾਰੀ ਕੰਮ ਕਰਨਾ ਸਾਧੂ ਕਹਿੰਦਾ ਹੈ ਕਿ ਮੈਨੂੰ ਸਭ ਤੋਂ ਔਖਾ ਲੱਗਦਾ ਹੈ, ਸੰਸਾਰੀ ਕੰਮ ਜਿਹੜਾ ਬੰਦਾ ਕਰ ਸਕਦਾ ਰੱਬ ਤੱਕ ਪਹੁੰਚ ਸਕਦਾ। ਅਸੀਂ ਬਸ ਮੰਨ ਕੇ ਬਹਿ ਗਏ ਹਾਂ ਬਾਬਾ ਫਰੀਦ ਸਾਹਿਬ ਜੀ ਵਾਂਗੂ ਕਿ ਕੋਈ ਗੱਲ ਨਹੀਂ, ਇਹ ਬਸ ਗੋਤੇ ਦਵਾ ਕੇ ਪ੍ਰਕਾਸ਼ ਦਵਾ ਦੂਗਾ ਜੀ, ਇਹ ਰੱਬ ਨਾਲ ਇੱਦਾਂ ਹੀ ਮਿਲਾ ਦੇਗਾ। ਇਸ ਕਰਕੇ ਆਪਣੀ ਕੰਸਨਟ੍ਰੇਸ਼ਨ ਪਾਵਰ ਨੂੰ ਆਪਾਂ ਇਕੱਠੇ ਕਰੀਏ, ਗੁਰੂ ਜਪੀਏ, ਸਿਮਰਨ ਕਰੀਏ। ਇਸ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋਣਾ। ਜਦ ਸਾਡਾ ਕੋਈ ਓਪਸ਼ਨ ਹੀ ਨਹੀਂ ਹੈ, ਫਿਰ ਅਸੀਂ ਕਿਹਦੀ ਉਡੀਕ ਕਰਦੇ ਪਏ ਹਾਂ ਜੀ, ਕਿਸ ਚੀਜ਼ ਦੀ ਉਡੀਕ ਦੇ ਵਿੱਚ ਬੈਠੇ ਹੋਏ ਹਾਂ। ਕਲਗੀਧਰ ਪਾਤਸ਼ਾਹ ਜੀ ਨੇ ਇੱਥੋਂ ਤੱਕ ਬਚਨ ਕੀਤਾ, ਕੋਈ ਸਿੱਖ ਅਜੇ ਇਹੀ ਕਹਿ ਰਿਹਾ ਵਾਹੇ ਤੇ ਗੁਰੂ ਕਹਿਣ ਤੋਂ ਪਹਿਲਾਂ ਮੈਂ ਉੱਥੇ ਹਾਜ਼ਰ ਹੋਵਾਂਗਾ। ਸਾਰੀ ਸ਼ਕਤੀ ਸਿੱਖ ਦੀ। ਹੁਣ ਦੱਸੋ ਇਸ ਤੋਂ ਵੱਡੀ ਗਾਰੰਟੀ ਦੱਸੋ ਹੁਣ ਗੁਰੂ ਕੀ ਦੇਵੇ? ਕੋਈ ਕੰਪਨੀ ਨਹੀਂ ਗਾਰੰਟੀ ਦਿੰਦੀ ਹੈ ਕਿ ਤੂੰ ਬਸ ਨਾਮ ਹੀ ਲੈ ਤੇ ਮੈਂ ਤੈਨੂੰ ਸਾਰੀ ਸ਼ਕਤੀ ਦਿੰਦੀ ਹੈ। ਕੋਈ ਸ੍ਰਿਸ਼ਟੀ ਦੀ ਤਾਕਤ ਨਹੀਂ, ਸਿਰਫ ਗੁਰੂ।
ਤੇ ਜੇਕਰ ਅਸੀਂ ਫੇਰ ਵੀ ਸੰਸਾਰ ਤੋਂ ਰੋਂਦੇ ਕੁਰਲਾਉਂਦੇ ਤੇ ਵਿਸ਼ੇ ਵਿਕਾਰੀ ਤੇ ਪਾਪੀ ਬਣ ਕੇ ਗਏ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਦੁੱਖ ਬਹੁਤ ਹੋਏਗਾ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ। ਇੰਨਾ ਕਰਕੇ ਆਪਣਾ ਸਾਰਾ ਕੁਝ ਵਾਰਿਆ ਤੇ ਇਹ ਅੰਮ੍ਰਿਤ ਵੇਲੇ ਨਹੀਂ ਉੱਠ ਸਕੇ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਜੀ, ਸਾਡੇ ਸਾਰਿਆਂ ਤੇ ਮਿਹਰਮਤ ਕਰਨ। ਬਾਕੀ ਦੀ ਵਿਚਾਰ ਅਸੀਂ ਕੱਲ ਕਰਾਂਗੇ ਜੀ, ਜੇ ਦਾਤਾ ਜੀ ਨੇ ਸਵਾਸ ਬਖਸ਼ੇ। ਤੇ ਜਦੋਂ ਖੰਡਾਂ ਦੀ ਵਿਚਾਰ ਆਏਗੀ ਉਹ ਥੋੜ੍ਹਾ ਜਿਹਾ ਆਪਾਂ ਟਿਕ ਕੇ ਵਿਚਾਰ ਕਰਾਂਗੇ, ਕਿਉਂਕਿ ਜੋ 5 ਖੰਡ ਨੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਬਾਹਰ ਮੁਖੀ ਇਹਦੀ ਵਿਆਖਿਆ ਤੇ ਅੰਤਰਮੁਖੀ ਵਿਆਖਿਆ, ਜੋ ਅੰਦਰੂਨੀ ਜੀਵਨ ਵਿੱਚ ਘਟਿਤ ਹੁੰਦਾ ਹੈ, ਅੰਦਰੂਨੀ ਸੁਭਾਅ ਦੇ ਵਿੱਚ ਚੇਂਜਸ ਹੁੰਦੇ ਨੇ। ਜੋ ਬ੍ਰਹਿਮੰਡ ਦੀਆਂ ਸ਼ਕਤੀਆਂ ਸਾਡੇ ਅੰਦਰ ਵੱਖ-ਵੱਖ ਸਟੇਜਾਂ ਦੇ ਵਿੱਚ ਪ੍ਰਵਿਰਤ ਹੁੰਦੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਪਾਂ ਪਹਿਲਾਂ ਨਾ ਮੂਲ ਕਾਰਜ ਕਰੀਏ। ਜੋ ਕਥਾ ਦਾ ਮੂਲ ਕਾਰਜ ਆ ਉਹ ਆ ਸਿਮਰਨ। ਸਮੂਹ ਸੰਗਤ ਕਿਰਪਾ ਕਰਿਓ, ਜਪ ਲਈਏ। ਪਤਾ ਕੋਈ ਨਹੀਂ ਸਵਾਸਾਂ ਦਾ ਕਿਹੜੇ ਵੇਲੇ ਭੋਗ ਪੈ ਜਾਣਾ ਹੈ, ਕੁਛ ਨਹੀਂ ਪਤਾ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਜੀਵਨ ਦੇ ਵਿੱਚ ਗੁਰੂ ਕੇ ਸ਼ਬਦ ਦਾ ਵਾਸਾ ਹੋਵੇ ਜੀ। ਜੇ ਗੁਰੂ ਕੇ ਸ਼ਬਦ ਦਾ ਵਾਸਾ ਹੋਇਆ ਫਿਰ ਕੀ ਹੋਏਗਾ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।